ਪੰਕਜ ਪੰਕਜ ਬੰਦਨ ਸਿਮਰੰਗਦ ਦੁਖ ਦੇ ਧਿਆਵੋ ਜੀ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਵਿਗਨ ਹੀ ਨਾਸਕ ਵਿਗਨਨ ਕੀ ਨਾਸਕ। ਸ੍ਰੀ ਹਰਿਗੋਬਿੰਦ ਪ੍ਰਕਾਸ਼ਕ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਹਰ ਕ੍ਰਿਸ਼ਨ ਮਨਾਈ ਬਹੋਰੀ। ਬਹਾਦਰ ਪਰਮ ਕਿਰਪਾਲਾ ਜੀਵ ਪਰਮ ਸ੍ਰੀ ਗੁਰੂ ਗੋਬਿੰਦ ਤਰੁ ਤਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਵਾਰ ਜਗਦੀਸਾ। ਸਮਹਿ ਅੰਮ੍ਰਿਤ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦਾ ਕਰਵਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋ। ਵਾਹਿਗੁਰੂ ਜੀ ਭੂਪਤ ਜੋਗ ਦੇਨ ਕੇ ਕਾਜਾ। ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ। 113 ਧਿਆਨ ਬਖਾਨੇ ਜਿਹ ਪੜ ਜੋਗ ਕਲਾ ਸਭ ਜਾਣੇ। ਭੂਪਤ ਜੋਗ ਦੇਨ ਕੇ ਕਾਜਾ। ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ। 113 ਧਿਆਨ ਬਖਾਨੇ ਜਿਹ ਪੜ ਜੋਗ ਕਲਾ ਸਭ ਜਾਣੇ। ਵਾਹਿਗੁਰੂ ਜੀ ਕਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣਾ ਨਾਮ ਜਪਾਵੋ 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 ਦੇਵੋ ਆਪਣਾ ਨਾਮ ਦੇਵੋ ਆਪਣਾ ਨਾਮ ਦੇਵੋ ਆਪਣਾ ਨਾਮ ਦੇਵੋ ਆਪਣਾ ਨਾਮ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਵਾਹਿਗੁਰੂ 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 ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਮੇਰਾ ਮੁਝ ਮੈਂ ਕਿਛ ਨਹੀਂ 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 ਜੋ ਕਿਛ ਹੈ ਸੋ ਤੇਰਾ 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 ਤੇਰਾ ਤੁਝ ਕੋ ਸੌਂਪਤੇ ਤੇਰਾ
तुझको सौंपते तेरा तुझको सौंपते, तेरा तुझको सौंपते। क्या लागे मेरा, क्या लागे मेरा, क्या लाग है मेरा, क्या लाग है मेरा। ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਕੀਤੀ। ਸੰਗਲਾਦੀਪ ਦੀ ਧਰਤੀ ਨੂੰ ਤਾਰ ਰਹੇ ਨੇ ਮਹਾਰਾਜ। ਉੱਥੋਂ ਦੇ ਰਾਜੇ ਤੇ ਰਾਣੀ ਅਨੰਦ ਸੇਵਕ ਬਣ ਗਏ ਮਹਾਰਾਜ ਦੇ। ਇੰਨਾ ਪਿਆਰ ਪੈ ਗਿਆ, ਮਹਾਰਾਜ ਕਹਿੰਦੇ ਭਾਈ ਹੁਣ ਸਾਨੂੰ ਛੁੱਟੀ ਦੇ ਦਿਓ। ਕਹਿੰਦੇ ਨਹੀਂ ਮਹਾਰਾਜ, ਤੁਸੀਂ ਪੱਕੇ ਹੀ ਸਾਡੇ ਕੋਲ ਰਹੋ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ। ਮਹਾਰਾਜ ਕਹਿੰਦੇ ਨਹੀਂ ਭਾਈ, ਅਸਾਂ ਨੇ ਹੋਰ ਵੀ ਸੰਗਤਾਂ ਦੇ ਭਲੇ ਕਰਨੇ ਹੈ, ਅਸਾਂ ਨੂੰ ਵਿਦਾ ਕਰੋ। ਕਹਿੰਦੇ ਮਹਾਰਾਜ ਫਿਰ ਸਵੇਰੇ ਸ਼ਾਮ ਆਰਤੀ ਕਿਹਦੀ ਕਰਾਂਗੇ, ਕਿਹਦੇ ਦਰਸ਼ਨ ਕਰਾਂਗੇ, ਕੌਣ ਸਾਨੂੰ ਇੰਨੇ ਸੋਹਣੇ ਸੋਹਣੇ ਬਚਨ ਸੁਣਾਇਆ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਚਨ ਬਹੁਤੇ ਨਹੀਂ ਹੁੰਦੇ, ਥੋੜੇ ਪਾਲ ਲਓ ਹੀ ਬਹੁਤ ਹੈ। ਫਿਰ ਉਹਨੇ ਜ਼ਿਆਦੀ ਖਿੱਚ ਕੀਤੀ, ਮਹਾਰਾਜ ਨਹੀਂ ਨਹੀਂ, ਅਸੀਂ ਰੋਜ਼ ਬਚਨ ਸੁਣਨਾ ਚਾਹੁੰਦੇ ਹਾਂ, ਰੋਜ਼ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ। ਤੇ ਫਿਰ ਮਹਾਰਾਜ ਜੀ ਉਹਨਾਂ ਨੂੰ ਇੱਕ ਗ੍ਰੰਥ ਦੇਣ ਲੱਗੇ। ਹੁਣ ਜਿੱਦਾਂ ਆਪਾਂ ਨੂੰ ਆ ਪੋਥੀਆਂ ਮਿਲੀਆਂ ਨਾ, ਐ ਲੱਗਦਾ ਨਾ ਪੂਰੇ ਸਮਾਂ ਵੀ ਮਹਾਰਾਜ ਜੀ ਆਪ ਹੀ ਆ ਜਾਂਦੇ ਆ, ਆਨੰਦ ਆਉਂਦਾ। ਮਹਾਰਾਜ ਕਹਿੰਦੇ ਲਓ ਤੁਹਾਨੂੰ ਅਸੀਂ ਨਾ ਬਖਸ਼ਿਸ਼ ਦੇ ਦਿੰਦੇ ਹਾਂ, ਤੇ ਉਸ ਗ੍ਰੰਥ ਨੂੰ ਰੋਜ਼ ਸੰਗਤਾਂ 'ਚ ਕਥਿਆ ਕਰਿਓ, ਸੰਗਤ ਨੂੰ ਸਰਵਣ ਕਰਾਇਆ ਕਰਿਓ, ਜਿਹਦੇ ਨਾਲ ਆਪ ਜੀ ਨੂੰ ਠੰਡਕ ਮਹਿਸੂਸ ਹੋਵੇਗੀ, ਆਨੰਦ ਆਵੇਗਾ। ਸੋ ਮਹਾਰਾਜ ਜੀ ਨੇ ਚਰਨਾਂ ਦੀ ਪੌਲ ਰਾਜੇ ਤੇ ਰਾਣੀ ਤੇ ਉਹ ਸਾਰੀ ਸੰਗਤ ਨੂੰ, ਜੇ ਹਿਸਾਬ ਨਾਲ ਸੰਗਤ ਸੀ ਖੁੱਲ੍ਹਾ ਹੀ ਗੱਫਾ ਹੋਣਾ, ਆਖੋ ਸਤਿਨਾਮ। ਕਿਉਂਕਿ ਥੋੜੇ ਬਹੁਤ ਇਹਨਾਂ ਤੇ ਸਰਨਾ ਨਹੀਂ, ਕਿਉਂਕਿ ਸਾਰੇ ਸ਼ਰਧਾਲੂ ਸੀ ਨਾ, ਆਪਣੇ 'ਚ ਸਾਰੇ ਨਹੀਂ ਨਾ। ਆਪਾਂ ਜੇ ਹੁਣ ਕਹੀਏ ਵੀ ਸਵੇਰੇ ਅੰਮ੍ਰਿਤ ਤਿਆਰ ਕਰਨਾ ਬਾਟਾ, ਕਿ ਤੁਸੀਂ ਰੋਜ਼ ਕਥਾ ਸੁਣਦੇ ਆ ਤੇ ਕਿਹੜੇ ਛਕਣਗੇ, ਮਹਾਈਆਂ 5-4 ਆਉਣ, ਬਾਕੀਆਂ ਕਹਿਣਾ ਬਾਬਾ ਜੀ ਕੋਈ ਨਹੀਂ ਸਲਾਹ ਕਰਦੇ ਮੰਨਣਾ। ਉੱਥੇ ਇੱਦਾਂ ਨਹੀਂ ਸੀ, ਉੱਥੇ ਸਾਰੇ ਸ਼ਰਧਾਲੂ ਬਣ ਗਏ, ਸਾਰਿਆਂ ਨੂੰ ਪਿਆਰ, ਕਿਉਂਕਿ ਉੱਥੇ ਤਾਂ ਸੀ, ਉੱਥੇ ਰੱਬ ਆਪ ਸੀ ਨਾ। ਇੱਥੇ ਮੇਰੇ ਵਰਗੇ ਅਧੂਰੇ ਹੁੰਦੇ ਆ, ਕਮੀਆਂ ਪੇਸ਼ੀਆਂ ਵਾਲੇ, ਤਾਂ ਕਰਕੇ ਨਹੀਂ ਇਹ ਕਿਰਪਾ ਹੋਣੀ। ਜੇ ਮਹਾਰਾਜ ਆਪ ਜਿੱਥੇ ਬਹਿ ਗਏ ਉੱਥੇ ਨਾ ਕਰ ਹੀ ਨਹੀਂ ਸਕਦਾ ਕੋਈ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਉਹ ਅਧੂਰਾ ਨਹੀਂ ਕਰਦਾ ਹੈ। ਆਓ ਸਾਧ ਸੰਗਤ ਚੱਲੀਏ ਸੰਗਲਾਦੀਪ ਦੀ ਧਰਤੀ ਤੇ ਮਹਾਰਾਜ ਨੇ ਚਰਨ ਪੌਲ ਦਿੱਤੀ। ਸਾਰੇ ਗੁਰੂ ਨਾਨਕ ਦੇ ਸਿੱਖ ਹੋਏ। ਸਿੱਖ ਕਹਾਉਣਾ ਸੌਖਾ ਪਰ ਬਣਨਾ ਬੜਾ ਔਖਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਿੱਖ ਕੀਤਾ। ਭੂਪਤ ਜੋਗ ਦੇਨ ਕੇ ਕਾਜਾ, ਪ੍ਰਾਣ ਸੰਗਲੀ ਗ੍ਰੰਥ ਸੋ ਸਾਜਾ। ਇਹ ਸੱਚ ਸੀ ਸਾਧ ਸੰਗਤ ਜੀ, ਜਿਹੜਾ ਵੀ ਗੁਰੂ ਨਾਨਕ ਸਾਹਿਬ ਨੂੰ ਵੇਖ ਲੈਂਦਾ ਉਹਦਾ ਹੀ ਹੋ ਜਾਂਦਾ। ਆਪਾਂ ਮਹਾਰਾਜ ਨੂੰ ਵੇਖਦੇ ਤੇ ਰੋਜ਼ ਆ ਗੁਰੂ ਗ੍ਰੰਥ ਸਾਹਿਬ ਨੂੰ, ਪਰ ਇਹਦੇ ਹੋ ਨਹੀਂ ਸਕੇ, ਇਹਦੇ ਹੋਇਆ ਨਹੀਂ ਜਾਂਦਾ। ਫਿਰ ਵੀ ਅੰਦਰ ਦੀਆਂ ਖੇਡਾਂ ਅੰਦਰੋਂ ਨਿਕਲ ਆ ਜਾਂਦੀਆਂ। ਤੋ ਇਸ ਤਰ੍ਹਾਂ ਕਰਕੇ ਕਹਿੰਦੇ ਨੇ ਜੇ ਮਹਾਰਾਜ ਬਗਦਾਦ ਗਏ, ਮੱਕੇ ਗਏ, ਉੱਥੇ ਵੀ ਬਗਦਾਦ ਵਿੱਚ ਬਹਿਲੋਲ ਨੇ ਮਹਾਰਾਜ ਨੂੰ 2 ਘੜੀਆਂ ਸੁਣਿਆ। ਸਾਡੀ ਜ਼ਿੰਦਗੀ ਲੰਘੀ ਕਥਾ ਕੀਰਤਨ ਸੁਣਦਿਆਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਬਾਬਾ ਜਾਂ ਲੈ ਜਾ, ਜਾਂ ਇਹ ਗੱਲ ਇਤਿਹਾਸ 'ਚ ਆਉਂਦੀ ਵੀ ਜਿੱਥੇ ਮਹਾਰਾਜ ਬਹਿ ਜਾਂਦੇ ਸੀ ਨਾ, ਉੱਥੋਂ ਜਿਹੜੀ ਸੰਗਤ ਸੀ ਜਾਂ ਕਹਿੰਦੀ ਬਾਬਾ ਰਹਿ ਪਾ, ਤੇ ਜਾਂ ਕਹਿੰਦੀ ਨਾਲ ਹੀ ਲੈ ਜਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੇ, ਦਇਆ ਦੇ ਸਾਗਰ ਨੇ, ਰਹਿਮਤ ਕਰਦੇ ਹੈ। ਤੋ ਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਬਖਸ਼ੇ। ਇਹ ਸੰਗਤ ਦੀ ਆਵਾਜ਼ ਹੁੰਦੀ ਹੈ, ਇਹ ਜਿੱਧਰ ਨੂੰ ਹੋ ਜੇ ਨਾ ਸੱਚ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਇਆ ਦੇ ਮਾਲਕ ਨੇ। ਮਹਾਰਾਜ ਸਾਹਿਬ ਕਹਿੰਦੇ ਬਹਿਲੋਲ ਨਾ ਤੇਰੇ ਕੋ ਰਹਿਣਾ ਤੇ ਨਾ ਤੈਨੂੰ ਲੈ ਕੇ ਜਾਣਾ। ਕਹਿੰਦੇ ਮਹਾਰਾਜ ਫਿਰ ਮੈਂ ਆਪਣੇ ਸਵਾਸ ਕੱਢ ਦੇਣੇ, ਮੈਂ ਮਰ ਜਾਣਾ ਹੈ, ਮੈਂ ਰਹਿਣਾ ਹੀ ਨਹੀਂ ਹੈ। ਪਾਤਸ਼ਾਹ ਕਹਿੰਦੇ ਤੇਰੇ ਸਵਾਸ ਨਹੀਂ ਕੱਢਣ ਦਿੰਦੇ, ਤੇਰੇ ਸਵਾਸਾਂ ਨੂੰ ਸਫਲੇ ਕਰ ਦੇਣਾ। ਕਹਿੰਦੇ ਮਹਾਰਾਜ ਉਹ ਕਿੱਦਾਂ? ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ
ਤੈਨੂੰ ਭਜਨ ਹੀ ਇਦਾਂ ਦਾ ਦਿੰਨੇ, ਤੇਰੇ ਸਵਾਸ ਕੱਢਣੇ ਨਹੀਂ ਸਫਲੇ ਹੋ ਜਾਣਗੇ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਹਨੂੰ ਕਿਰਪਾ ਕੀਤੀ, ਉਹਨੂੰ ਮੂਲ ਮੰਤਰ ਬਖਸ਼ਿਆ ਤੇ 60 ਸਾਲ ਸਾਧ ਸੰਗਤ ਉੱਥੇ ਮੂਲ ਮੰਤਰ ਹੀ ਜਪੀ ਗਿਆ ਜਿੱਥੇ ਬਾਬਾ ਜੀ ਭਾਗ ਕੇ ਆਏ ਸਨ। 60 ਸਾਲ ਉੱਥੋਂ ਉੱਠਿਆ ਹੀ ਨਹੀਂ। ਇੰਨਾ ਪਿਆਰ, ਇੰਨਾ ਭਰੋਸਾ। ਆਪਾਂ 60 ਮਿੰਟ ਨਹੀਂ ਬਹਿ ਸਕਦੇ। ਆਖੋ ਸਤਿਨਾਮ। ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰ 'ਚ ਅੱਜ ਮਹਾਰਾਜ ਉੱਥੋਂ ਤੁਰ ਲੱਗੇ ਆ। ਉਹ ਸਾਰੇ ਜਾਣੇ ਕਹਿੰਦੇ ਮਹਾਰਾਜ ਜੀ ਜਾਂ ਲੈ ਜਾਓ ਤੇ ਜਾਂ ਫਿਰ ਕਵੀ ਰਾਜ ਜੀ ਕਹਿੰਦੇ ਮਹਾਰਾਜ ਨੇ ਰਾਜੇ ਨੂੰ ਭਗਤੀ ਯੋਗ ਦੇਣ ਵਾਸਤੇ ਇੱਕ ਗ੍ਰੰਥ ਦੀ ਰਚਨਾ ਕੀਤੀ ਜਿਹਦਾ ਨਾਮ ਹੈ ਪ੍ਰਾਣ ਸੰਗਲੀ। 113 ਧਿਆਨ ਬਖਾਨੇ, ਜਿਹ ਪੜ ਜੋਗ ਕਲਾ ਸਭ ਜਾਣੇ। ਕਹਿੰਦੇ ਉਸ ਦੇ 113 ਅਧਿਆਏ ਬਣਾਏ। ਜਿਹੜਾ ਇਹਨੂੰ ਪੜੂਗਾ ਉਹਨੂੰ ਯੋਗ ਦੀ ਸੋਝੀ ਹੋ ਜਾਵੇਗੀ। ਦੇ ਕਰ ਸੋ ਸੌਂਪਿਓ ਅਵਨੀਪਾ, ਬੋਲੇ ਪੁਨ ਬੇਦੀ ਕੁਲ ਦੀਪਾ। ਉਹ ਕਹਿੰਦੇ ਉਸ ਗ੍ਰੰਥ ਨੂੰ ਹਜ਼ੂਰ ਨੇ ਆਪਣੇ ਪਾਕ ਪਵਿੱਤਰ ਹਸਤ ਕਮਲਾਂ ਨਾਲ ਰਾਜੇ ਨੂੰ ਸੱਦ ਕੇ ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਬੋਲੇ ਹਨ, ਜਬ ਸਿੱਖ ਕੋ ਆਵਹਿ ਹਮ ਦੇਸ਼ੂ, ਜਾਚਹਿ ਤੁਮ ਪੈ ਦੇਹੋ ਨਰੇਸ਼ੂ। ਮਹਾਰਾਜ ਨੇ ਆਖਿਆ ਵੀ ਕੁਝ ਸਮਾਂ ਪਊਗਾ, ਫਿਰ ਸਾਡਾ ਇੱਕ ਸਿੱਖ ਆਊਗਾ, ਉਹਨੂੰ ਅਸੀਂ ਇਹ ਗ੍ਰੰਥ ਤੇਰੇ ਪਾਸੋਂ ਵਾਪਸ ਬੁਲਾਉਣ ਲਈ ਭੇਜਾਂਗੇ। ਸਾਰਾ ਨਿਸ਼ਾਨੀਆਂ ਦੱਸ ਦਿੱਤੀਆਂ ਤੇ ਤੂੰ ਬੜੀ ਭਾਵਨਾ ਦੇ ਨਾਲ ਉਸ ਸਿੱਖ ਨੂੰ ਇਹ ਜਿਹੜਾ ਗ੍ਰੰਥ ਹੈ ਪ੍ਰਾਣ ਸੰਗਲੀ, ਇਹ ਭਾਵਨਾ ਨਾਲ ਦੇ ਦਵੀਂ। ਚੌਪਈ ਰੰਕਾਲ ਪੁਨ ਕੀਨ ਬਸੇਰਾ, ਭਇਓ ਸੁਦੇਸ਼ ਨਿਹਾਲ ਕਨੇਰਾ। ਕਵੀ ਰਾਜ ਜੀ ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉੱਥੇ ਕਾਫੀ ਦਿਨ ਰਹੇ, ਕਿਉਂਕਿ ਕਥਾ ਵਾਰਤਾ ਲੰਮੀ ਚੱਲੀ। ਇਸ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਜੀ ਨੇ ਕਾਫੀ ਦਿਨ ਉਸ ਦੇਸ਼ ਦਾ ਭਲਾ, ਕੋਈ ਚੰਗੇ ਕਰਮ ਸੀ ਉਹਨਾਂ ਦੇ। ਵੈਸੇ ਮਹਾਰਾਜ ਕਿਤੇ 1-2 ਦਿਨ ਰਹੇ, ਕਿਤੇ 5 ਦਿਨ ਰਹੇ, ਕਿਤੇ 25 ਦਿਨ, ਕਿਤੇ ਜ਼ਿਆਦੀ, ਕਿਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਤੇ ਜ਼ਿਆਦਾ ਨਹੀਂ ਠਹਿਰਦੇ, ਕਿਤੇ ਕਿਰਪਾ ਕਰਨ ਤਾਂ ਉੱਥੇ ਮਹਾਰਾਜ ਜੀ ਕਹਿੰਦੇ ਕਾਫੀ ਸਮਾਂ ਰਹੇ ਹਨ। ਭਗਤ ਜੋਗ ਹੱਥ ਜੋਗ ਸੋ ਦੇਉ, ਕੀਏ ਪ੍ਰਪਾਕ ਭੂਪ ਮਨ ਸੋ। ਕਹਿੰਦੇ ਭਗਤੀ ਯੋਗ ਤੇ ਹੱਥ ਯੋਗ, ਇਹ ਦੋਵੇਂ ਮਹਾਰਾਜ ਜੀ ਨੇ ਉਸ ਰਾਜੇ ਨੂੰ ਪੱਕੇ ਦ੍ਰਿੜ ਕਰਾ ਦੇ। ਇਹਨਾਂ ਚੀਜ਼ਾਂ ਨੂੰ ਪੱਕਾ ਧਾਰਨ ਕਰੀ, ਤੇਰਾ ਭਲਾ ਹੋ ਜਾਵੇ। ਕਰ ਭਲਾ ਅੰਤ ਭਲੇ ਦਾ। ਤੁਮਾਰੇ ਸੱਚੇ ਪਾਤਸ਼ਾਹ ਕਹਿੰਦੇ ਭਲਾ ਹੋਵੇਗਾ, ਹੋਰਾਂ ਦਾ ਵੀ ਕਰ ਦਵੀਂ। ਸਿੱਖੀ ਪ੍ਰਗਟੀ ਦੇਸ ਮਝਾਰੇ, ਸ੍ਰੀ ਸਤਿਗੁਰ ਕੋ ਜਾਪ ਉਚਾਰੇ। ਕਹਿੰਦੇ ਸਾਰਾ ਦੇਸ਼, ਸਾਰੀ ਸੰਗਤ ਕਹਿ ਦਿਓ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਮਾਰੇ ਸੱਚੇ ਪਾਤਸ਼ਾਹ ਦੀ ਸਿੱਖੀ ਸਾਰੇ ਦੇਸ਼ 'ਚ ਪ੍ਰਗਟ ਹੋ ਗਈ। ਸਾਧ ਸੰਗਤ ਜੀ ਸੱਚ ਹੈ, ਆਪਾਂ ਸਿੱਖ ਨਹੀਂ ਜੀ। ਆਪਾਂ ਮਾਫ ਕਰਿਓ, ਆਪਣਾ ਟਾਈਮ ਪਾਸ ਹੋਈ ਜਾਂਦਾ। ਜੇ ਗੁਰੂ ਨਾਨਕ ਨੂੰ ਆਪ ਪੜ੍ਹ ਲਿਓ, ਆਪਾਂ ਸਿੱਖ ਨਹੀਂ ਜੀ। ਭਾਵੇਂ ਤੁਸੀਂ ਗੁੱਸਾ ਕਰਨਾ ਉਹ ਵੀ ਕਰ ਲਿਓ, ਕੋਈ ਚੱਕਰ ਨਹੀਂ ਹੈ। ਬਾਬੇ ਨਾਨਕ ਨੂੰ ਵੀ ਕਿਤੇ ਫੁੱਲਾਂ ਦੀ ਵਰਖਾ ਹੁੰਦੀ ਰਹੀ, ਕਿਤੇ ਪੱਥਰ ਵੀ ਪਏ। ਉਹਨੇ ਕਿਹਾ ਮਰਦਾਨਿਆਂ ਚੱਲਦੀ ਸਰਾਮ ਆ, ਕਿਤੇ ਨਾ ਕਿਤੇ ਵਾਧੇ ਘਾਟੇ ਤਾਂ ਹੁੰਦੇ ਹੀ ਆ, ਪਰ ਯਾਦ ਰੱਖੀ ਖੁਦਾਏ ਦੇ ਘਰ ਤੱਕ ਪਹੁੰਚਣਾ ਤੇ ਔਕੜਾਂ ਜ਼ਰੂਰ ਆਉਣੀਆਂ। ਤੁਮਾਰੇ ਸੱਚੇ ਪਾਤਸ਼ਾਹ ਜਦੋਂ ਤਵੀ ਤੇ ਬੈਠੇ ਸੀ, ਕੀ ਕਸੂਰ ਸੀ ਮਹਾਰਾਜ ਦਾ? ਕਿੱਡੇ ਕਿੱਡੇ ਫਤਵੇ ਲਾਤੇ ਮੇਰੇ ਗੁਰੂ ਅਰਜਨ ਸਾਹਿਬ ਤੇ। ਕਹਿੰਦੇ ਬਗਾਵਤ ਕਰਦੇ ਐ, ਇਹ ਸਿੱਖੀ 'ਚ ਤਬਦੀਲ ਕਰੀ ਜਾਂਦੇ ਐ, ਇਹਨਾਂ ਝੂਠ ਦੀ ਦੁਕਾਨ ਪਾਲੀ ਐ। ਤੇ ਸਾਈਂ ਮੀਆਂ ਮੀਰ ਕਹਿੰਦਾ ਬਾਬਾ ਮੈਨੂੰ ਇੱਕ ਵਾਰੀ ਹੁਕਮ ਦੇ ਦੇ, ਮੈਂ ਤਬਾਈ ਮਾਰੇ। ਕਹਿੰਦੇ ਨਾ ਨਾ ਸਾਈਂ, ਇਸ ਘਰ 'ਚ ਕਾਲੀ ਨਹੀਂ, ਕਲੇ ਨਹੀਂ ਪੈਣੀ, ਸ਼ਾਂਤੀ ਨਾਲ ਰਹੋਗੇ ਤੇ ਸੁੱਖ ਲਓ। ਸਾਰਾ ਮਾਸ ਸੜ ਗਿਆ ਸਾਈਂ ਦਾ ਸੀਸ ਦੇ ਵਾਸ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਬਚਨ ਕਿਹਾ, ਤੇਰਾ ਕੀਆ ਮਿੱਠਾ ਲਾਗੈ। ਹੁਣ ਅਸੀਂ ਸੁਣ ਤੇ ਲੈਨੇ ਆ, ਤੇਰਾ ਕੀਆ ਮਿੱਠਾ, ਮੰਨਦੇ ਨਹੀਂ। ਇਸ ਕਰਕੇ ਗੁਰੂ ਨਾਨਕ ਦੇ ਸਿੱਖ ਹੋਣਾ ਕਿਤੇ ਸੌਖਾ ਹੀ ਪਿਆ। ਇੱਥੇ ਕਿੱਡੀ ਵੱਡੀ ਦਾਤ ਜੀ। ਕਵੀ ਰਾਜ ਜੀ ਕਹਿੰਦੇ ਸਾਰਾ ਦੇਸ਼ ਸੰਗਲਾ ਦੀਪ ਸਿੱਖ ਹੋ ਗਿਆ। ਤੇ ਅੱਜ ਵੀ ਉੱਥੇ ਮਹਾਰਾਜ ਦੀ ਸਿੱਖੀ ਸੇਵਕੀ ਚੜ੍ਹਦੀ ਕਲਾ 'ਚ ਹੋਵੇਗੀ, ਕਿਉਂਕਿ ਆਪਾਂ 2 ਨੰਬਰੀਏ ਸਿੱਖ।
ਮਹਾਰਾਜ ਕਹਿੰਦੇ ਜਿਹੜਾ ਪ੍ਰਚਾਰਕ ਭਾਵੇਂ ਕੱਢੀਏ 2-4 ਦਿਨ ਹੀ, ਪਰ ਮਹਾਰਾਜ ਕਹਿੰਦੇ ਕਿਸੇ ਮਥਾਜਗੀ 'ਚ ਨਹੀਂ ਪੈਂਦਾ। ਤੇ ਇਸ ਕਰਕੇ ਮੇਰੇ ਬਾਪੂ ਨੇ ਪਹਿਲਾਂ ਹੀ ਕਿਹਾ, ਪੈਰੋਂ ਨੰਗੇ ਆ ਸਭ ਤੋਂ ਚੰਗੇ ਆ, ਘਰੇ ਆਟਾ ਨਹੀਂ ਕਿਸੇ ਗੱਲ ਦਾ, ਡਾਂਗ ਤੇ ਡੇਰਾ ਆਪਣਾ ਅਗਲਾ ਪਿੰਡ ਮੇਰਾ, ਇੱਥੇ ਨਹੀਂ ਹੋਰ ਸਹੀ। ਤੇ ਮੇਰੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਦਇਆ ਕੀਤੀ ਹੈ, ਆਪਾਂ 2 ਨੰਬਰੀਏ ਸਿੱਖ ਤਾਂ ਵਾਂ। ਇੱਕ ਮੇਰੇ ਕੋ ਆਇਆ, ਕਹਿੰਦਾ ਬਾਬਾ ਜੀ ਫਲਾਣਾ ਬੰਦਾ ਤੁਹਾਡੇ ਉੱਥੇ ਚੌਰ ਸਾਹਿਬ ਕਰਦਾ। ਮੈਂ ਕਿਹਾ ਬੜੇ ਸਿੰਘ ਕਰਦੇ ਆ। ਕਹਿੰਦੇ ਵੀ ਉਹ ਰਾਤ ਨੂੰ ਕਿੱਲੀ ਤੇ ਗਾਤਰਾ ਟੰਗ ਕੇ ਤੇ ਸ਼ਰਾਬ ਪੀਂਦਾ। ਤੇ ਮੈਂ ਕਿਹਾ ਵੀ ਤੇਰੇ ਕੋਲ ਵੀਡੀਓ ਆ, ਪ੍ਰੂਫ ਆ ਤੇਰੇ ਕੋਲੇ? ਕਹਿੰਦਾ ਬਾਬਾ ਜੀ ਪ੍ਰੂਫ ਦੇ ਦਾਂਗੇ। ਤੇ ਮੈਂ ਕਿਹਾ ਜਿੰਨਾ ਉਹਦੇ ਤੇ ਜ਼ੋਰ ਲਾਉਂਦੇ ਆ, ਉਹਦੇ ਘਰ ਵੜ ਕੇ ਉਹਦਾ ਪਾਪ ਧੋਣ ਤੇ ਤੂੰ ਉਹਨਾਂ ਆਪਣੇ ਤੇ ਲਾ ਲਾ, ਤੈਨੂੰ ਅੰਮ੍ਰਿਤ ਛਕਾ ਦਿੰਦੇ ਆ। ਹਾਂਜੀ, ਫਿਰ ਇਸ ਕਰਕੇ ਹਾਲਾਤ ਜਿਹੜੇ ਆ ਵੀ ਵੇਖੋ ਉਹਨੇ ਕਿੰਨੀ ਨਿਗਾਹ ਰੱਖੀ, ਕਿੰਨੀ ਜਾਇਜ਼। ਇਹ ਬੰਦਾ ਵੀ ਸੇਵਾ ਮਹਾਰਾਜ ਦੀ ਕੋਈ ਵੀ ਕਰ ਸਕਦਾ। ਵੈਸੇ ਨਾ ਸੱਚ ਪੁੱਛੋ, ਜੇ ਤੁਸੀਂ ਮੇਰੇ ਤੋਂ ਵੱਡੇ ਹੋ, ਗਲਤੀਆਂ ਸਭ ਤੋਂ ਹੁੰਦੀਆਂ। ਤੁਹਾਡੇ ਘਰ ਬੱਚੇ ਨਹੀਂ ਹੈਗੇ, ਕਿੱਡੀਆਂ ਵੱਡੀਆਂ ਗਲਤੀਆਂ ਕਰ ਦਿੰਦੇ ਆ। ਕਦੇ ਰੌਲਾ ਪਾਇਆ ਤੁਸੀਂ ਕਦੇ ਕਿਸੇ ਤੀਜੇ ਨੂੰ ਨਹੀਂ ਦੱਸੋਗੇ, ਕਮਰੇ 'ਚ ਵਾੜ ਕੇ ਆਪਣੀ ਧੀ ਪੁੱਤ ਨੂੰ ਕਹੋਗੇ ਪੁੱਤ ਤੂੰ ਗਲਤੀ ਕੀਤੀ ਹੈ। ਪਰ ਅੱਜ ਮੈਨੂੰ ਅਹਿਸਾਸ ਹੋ ਗਿਆ ਵੀ ਤੁਸੀਂ ਕਦੇ ਦਿਲੋਂ ਪਿਆਰ ਨਹੀਂ ਕੀਤਾ, ਸੰਗਤ ਬਗਾਨੇ ਬਗਾਨਾਪਣ ਵਿਖਾਇਆ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਜਿਹੜੀਆਂ ਰੂਹਾਂ ਕਰਦੀਆਂ ਉਹਨਾਂ ਨੂੰ ਨਹੀਂ ਭਾਈ। ਮਸਕੀਨ ਸਾਹਿਬ ਕਹਿੰਦੇ ਜਦੋਂ ਕੋਲੇ ਤੇ ਪੈਰ ਆਉਂਦਾ ਉਦੋਂ ਅੱਖਾਂ 'ਚ ਪਾਣੀ ਨਿਕਲਦਾ। ਤੇ ਤੁਸੀਂ ਮੇਰੇ ਆਪਣੇ ਹੋ। ਇਹ ਬੌਲੀ ਸਾਹਿਬ ਵੀ ਇੰਨੀ ਛੋੜ ਦਿੱਤੀ ਵੀ ਦਾਸ ਨੇ ਤੁਹਾਡੇ ਤਰਸ ਨੂੰ ਕਿਸੇ ਸਥਾਨ ਦੇ ਉੱਤੇ ਪਤਤ ਸਿੱਖ ਚੌਰ ਸਾਹਿਬ ਨਹੀਂ ਕਰ ਸਕਦਾ। ਇਹ ਤੁਸੀਂ ਹੁਕਮਨਾਮਾ ਪੜ੍ਹ ਲਿਓ। ਜਿਹੜਾ ਬੰਦਾ ਦਾਰੂ ਪੀਂਦਾ ਉਹ ਕਦੇ ਹਜ਼ੂਰੀ 'ਚ ਸੇਵਾ ਨਹੀਂ ਕਰ ਸਕਦਾ। ਜੇ ਆਪਾਂ ਕਮੀਆਂ ਲੱਭੀਏ ਨਾ, ਤੇ ਇਹ ਤੇ ਆਪਣੇ ਤਰਸ ਹੀ ਆ ਕਿ ਆਪਾਂ ਇੱਕ ਪਰਿਵਾਰ ਬੈਠੇ, ਪਰਿਵਾਰ ਨੂੰ ਬੜਾ ਟਾਈਮ ਲੱਗਾ, 8 ਸਾਲ ਹੋ ਗਏ ਪਰਿਵਾਰ ਨੂੰ ਜੋੜਦਿਆਂ, ਅੱਜ ਜੁੜਿਆ। ਤੋੜਨਾ ਹੋਵੇ ਤੇ ਸਵੇਰੇ ਤੋੜ ਦਿਓ, ਕਿਹੜਾ ਟਾਈਮ ਲੱਗਣਾ ਏ। ਪਰ ਇਹੋ ਹੀ ਇੱਕ ਸਥਾਨ ਹੈ ਲਾਈਵ ਚੱਲਦਾ ਵੀ ਜਿੱਥੇ ਆਪਾਂ ਪ੍ਰੇਮ ਪਿਆਰ ਨਾਲ ਸਾਰਿਆਂ ਨੂੰ ਬਣਦਾ ਮਾਣ ਦੇਈਦਾ। ਨਹੀਂ ਤੇ ਜੇ ਮਰਜ਼ਾਦਾ ਦੀ ਗੱਲ ਕਰੀਏ ਨਾ, ਤੁਸੀਂ ਸਿਖਾਈ ਮਰਜ਼ਾਦਾ। ਵੈਸੇ ਜੇ ਮਰਜ਼ਾਦਾ 'ਤੇ ਆਈਏ ਤੇ ਜਿੰਨੇ ਹਜ਼ੂਰੀ 'ਚ ਬਹਿਣਾ ਹੈ ਨਾ, ਉਹਨੂੰ ਘੱਟੋ ਘੱਟ ਜਪਜੀ ਸਾਹਿਬ ਜਵਾਨੀ ਯਾਦ ਚਾਹੀਦਾ। ਇਹ ਹਜ਼ੂਰੀ ਆ, ਚੰਦੋਆ ਲੱਗਾ ਨਾ ਉੱਤੇ। ਆਪਾਂ ਫਿਰ ਮਾਰੇ ਦੀ ਖੁੱਲੀ, ਚਲੋ ਕੋਈ ਨਹੀਂ, ਸਾਰੇ ਗਰੀਬ ਗੁਰਬੇ ਆਵਾਜ਼ਾਂ ਮਾਰ ਮਾਰ ਕੇ ਸੇਵਾ ਦੇਈਦੀ, ਜਾਂ ਮਹਾਰਾਜ ਤੁਸੀਂ ਸੰਗਤ ਦੀ ਅਗਵਾਈ ਕਰੋ, ਤੁਸੀਂ ਚੌਰ ਸਾਹਿਬ ਫੜੋ, ਹੱਥ ਨਹੀਂ ਲਾ ਸਕਦੇ। ਕਾਲ ਤਖਤ ਤੋਂ ਆਪਾਂ ਨੂੰ ਤਨਖਾਹ ਲੱਗ ਜਾਣੀ। ਇੱਕ ਪਿਆਰ ਦੇ ਵਿੱਚ ਨੇਮ ਟੁੱਟਦੇ ਆ ਵੀ ਜਿੱਥੇ ਪਿਆਰ ਹੁੰਦਾ ਉੱਥੇ ਆਪਾਂ ਕਿਹਦਾ ਗੱਲ ਨਹੀਂ ਕੋਈ ਸਕਦੇ, ਆਪਾਂ ਨਾਲ ਆ, ਤੁਸੀਂ ਆਹ ਕੰਮ ਕਰੋ। ਕੁਝ ਕਦੇ ਅੰਦਰ ਝਾਤੀ ਮਾਰਿਓ ਆਪਣੇ ਵੀ ਜਿੰਨੀ ਪਵਿੱਤਰ ਜਗ੍ਹਾ ਤੇ ਮਹਾਰਾਜ ਨੇ ਆਪਾਂ ਨੂੰ ਸੇਵਾ ਦਿੱਤੀ, ਆਪਾਂ ਲੈ ਕੇ ਹੈਗੇ ਇਸ ਚੀਜ਼ ਦੇ। ਆਖੋ ਸਤਨਾਮ ਸ੍ਰੀ। ਇਸ ਕਰਕੇ ਮੈਨੂੰ ਉਹਨੇ ਸਪੈਸ਼ਲ ਕਹਿੰਦਾ ਜੀ ਇਹ ਦਿਨੇ ਗਾਤਰਾ ਪਾ ਲੈਂਦਾ, ਪੱਗ ਬੰਨ੍ਹ ਲੈਂਦਾ, ਚੌਰ ਕਰਦਾ, ਤੇ ਰਾਤ ਨੂੰ ਇਹ ਮੀਟ ਸ਼ਰਾਬ ਖਾਂਦਾ। ਮੈਂ ਕਿਹਾ ਭਲਿਆ ਕੀ ਲੈਣਾ ਤੂੰ ਉਹਦੀ ਮੈਲ ਕਿਉਂ ਧੋਣਾ? ਕਹਿੰਦੇ ਜੀ ਤੁਸੀਂ ਉਹਨੂੰ ਸੇਵਾ ਦਿੱਤੀ ਤਖਤ ਤੇ। ਮੈਂ ਕਿਹਾ ਵੀ ਅਸੀਂ ਕੌਣ ਦੇਣ ਵਾਲੇ, ਇਹ ਤੇ ਗੁਰੂ ਅਰਜਨ ਸਾਹਿਬ ਤਰਸ ਕਰਕੇ ਦਿੰਦੇ ਸੇਵਾ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਮੈਂ ਕਹਿੰਦਾ ਜਿੰਨਾ ਧਿਆਨ ਸਾਡਾ ਇੱਧਰ ਉੱਧਰ ਕਿਤੇ ਗੁਰੂ ਸ਼ਬਦ 'ਚ ਹੋਵੇ। ਅਸੀਂ ਸੱਚੀ ਗੱਲ ਆ ਮੇਰੀਆਂ ਭੈਣਾਂ ਵੀਰ ਬੈਠੇ, ਆਪਾਂ 2 ਨੰਬਰੀਏ ਸਿੱਖ ਹਾਂ। ਆਪਾਂ ਬਾਹਰੋਂ ਸਿੱਖ, ਅੰਦਰ ਅੰਦਰ ਸਿੱਖੀ ਨਹੀਂ। ਇੱਥੇ ਸੰਗਲਾ ਦੀਪ ਸਾਰਾ ਹੀ ਸਿੱਖ ਬਣਾਤਾ ਬਾਬੇ ਨਾਨਕ ਨੇ, ਕਿਉਂਕਿ ਸਿੱਖ ਕਿਸੇ ਦੀ ਚੋਰੀ ਨਹੀਂ ਕਰਦਾ, ਸਿੱਖ ਕਿਸੇ ਦਾ ਹੱਕ ਨਹੀਂ ਖਾਂਦਾ, ਸਿੱਖ ਮਦ ਨਹੀਂ ਪੀਂਦਾ। ਮਦ ਪੀਂਦੇ ਸ਼ਰਾਬ ਨੂੰ। ਤੇ ਕਿਹੜਾ ਸਿੱਖ ਆ? ਮੈਂ ਵੀ ਭੈਣਾਂ ਵਿਆਹੀਆਂ ਗਈਆਂ ਭਰਾ, ਸਾਰਿਆਂ ਦੇ ਟੇਬਲ ਬੋਤਲਾਂ ਪਈਆਂ ਹੁੰਦੀਆਂ। ਕਿਹੜੇ ਬੰਨਿਓ ਸਿੱਖ ਆ ਆਪਾਂ? ਜੇ ਵੇਖੀਏ ਨਾ ਤੇ ਐਵੇਂ ਨਹੀਂ। ਮਹਾਰਾਜ ਨੇ ਕਹਿਤਾ ਮੈਂ ਨਿਰਗੁਣਿਆਰੇ। ਇਹ ਤੇ ਸ਼ੁਕਰ ਕਰਿਆ ਕਰੋ ਵੀ ਸ਼ੇਖ ਸ਼ਾਦੀ ਜੋ ਗਲੇ ਫਲ ਵਾਂਗੂ ਵੀ ਉਹਨੇ ਚੁੱਕ ਕੇ ਬਾਹਰ ਮਾਰਿਆ। ਆਪਾਂ ਦੀਆਂ ਅੱਖਾਂ ਭਰਦੀਆਂ, ਮਹਾਰਾਜ ਅਸੀਂ ਇੰਨੇ ਮਾੜੇ ਆ, ਤੂੰ ਸਾਨੂੰ ਇੰਨਾ ਨੇੜੇ ਰੱਖਿਆ। ਸਾਨੂੰ ਤੇ ਰੋਣਾ ਚਾਹੀਦਾ ਵੀ ਸਤਿਗੁਰੂ ਅਸੀਂ ਕਿੱਥੇ ਰੁਲਦੇ ਫਿਰਦੇ ਸੀ ਕੰਦਰਾਂ ਦੇ ਵਿੱਚ, ਸੜਕਾਂ ਤੇ ਧੱਕੇ। ਤੂੰ ਸਾਨੂੰ ਆਪਣੇ ਘਰ ਦੀ ਸੇਵਾ ਦਿੱਤੀ, ਸਾਨੂੰ ਮਾਣ ਦਿੱਤਾ ਹੈ, ਸਾਨੂੰ ਕਿਰਪਾ ਕਰੀ, ਨਿਮਾਣੇ ਬਣਾ ਕੇ ਰੱਖੀ। ਤੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਸਾਰਾ ਸੰਗਲਾ ਦੀਪ ਸਿੱਖ ਕੀਤਾ। ਇੱਕ ਰਹਿਤ ਮਰਜ਼ਾਦਾ ਦੀ ਕਾਪੀ ਆਉਂਦੀ ਹੈ ਅਕਾਲ ਤਖਤ ਦੀ, ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ।
ਆਪੇ ਪੜ੍ਹ ਲਿਓ ਚ ਕੀ ਲਿਖਿਆ, ਤੁਹਾਨੂੰ ਸਾਰਾ ਪਤਾ ਲੱਗੂ ਮਰਜ਼ਾਦਾ ਕੀ ਆ, ਕਿਹੜਾ ਬੰਦਾ ਸੇਵਾ ਕਰ ਸਕਦਾ, ਕਿਹੜਾ ਨਹੀਂ ਕਰ ਸਕਦਾ। ਇਹ ਤੇ ਗੁਰੂ ਨੇ ਤਰਸ ਕੀਤਾ ਹੈ। ਜੇ ਸਿੱਖ ਦੀ ਡੈਫੀਨੇਸ਼ਨ ਪੜ੍ਹੀਏ ਤੇ ਬਹੁਤ ਵੱਡੀ ਆ। ਫਿਰ ਆਪਾਂ ਸਿੱਖ ਨਹੀਂ, ਆਪਾਂ ਤੇ ਫਿਰ ਮਹਾਰਾਜ ਤਰਸੀ ਕਰਦੇ। ਸਿੱਖੀ ਖੰਨਿਓ ਤਿੱਖੀ ਆ, ਕਹਿਣਾ ਸੌਖਾ ਮੇਰੇ ਵਰਗੇ ਨੂੰ। ਤੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜੀ ਕਰਦੇ ਆ। ਜਦੋਂ ਸਾਧ ਸੰਗਤ ਜੀ ਦੌੜ ਲੱਗਦੀ ਹੈ ਨਾ, ਇੱਕ ਪੰਜਾਬੀ ਦੀ ਕਹਾਵਤ ਆ ਵੀ ਦੌੜਦਿਆਂ ਨੂੰ ਵਾਣ ਇੱਕੋ ਜਿਹਾ। ਤੇ ਮੈਂ ਤੇਰੇ ਵੱਲੇ ਬਾਪੂ ਉਂਗਲ ਕਰਦਾ, ਇੱਕ ਮੇਰੇ ਲਈ ਤਿੰਨ ਹੁੰਦੀਆਂ ਹੀ। ਇਹ ਰੱਬ ਦਾ ਸਿਧਾਂਤ ਹੈ। ਤੂੰ ਸਾਰਾ ਦੇਸ਼ ਹੀ ਸਿੱਖ ਬਣਾਤਾ। ਆਖੋ ਸਤਿਨਾਮ ਵਾਹਿਗੁਰੂ। ਅਰਦਾਸ ਕਰੋ ਸਾਰੇ ਜਾਣੇ, ਧੰਨ ਗੁਰੂ ਅਰਜਨ ਸਾਹਿਬ, ਧੰਨ ਗੁਰੂ ਅਰਜਨ, ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਪਾਤਸ਼ਾਹ ਸਾਨੂੰ ਵੀ ਸਿੱਖ ਬਣਾ ਦਿਓ, ਸਾਨੂੰ ਵੀ ਸਿੱਖਣਾ ਸਿਖਾ ਦਿਓ। ਮਹਾਰਾਜ ਜੀ ਤੇਰੇ ਬੱਚੇ ਹਾਂ, ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ, ਵੱਡੇ ਮਾਫ ਕਰ ਦਿੰਦੇ ਹਨ। ਭਾਸ਼ਿਵ ਨਾਭ ਅਧਿਕ ਪ੍ਰਤਾਪਾ, ਛੱਡ ਕਰ ਸਭ ਸ਼ਤਰਨ ਕੋ ਖਾਪਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਇਆ ਦੇ ਦਾਤੇ। ਮਹਾਰਾਜ ਜੀ ਨੇ ਰਾਜੇ ਸ਼ਿਵਦੇਵ ਨੂੰ ਅਧਿਕ ਪ੍ਰਤਾਪ ਵੱਧ ਗਿਆ। ਭਾਵ ਮਹਾਰਾਜ ਦਾ ਸਿਰ ਤੇ ਜਦੋਂ ਹੱਥ ਹੋ ਜੇ ਫਿਰ ਬੰਦੇ ਦੀ ਚੜ੍ਹਾਈ ਸੰਭਵ ਹੈ। ਜਦੋਂ ਗੁਰੂ ਸਾਹਿਬ ਹੱਥ ਚੁੱਕ ਲੈਣ ਨਾ, ਉਦੋਂ ਫਿਰ ਬਹੁਤੇ ਤੋਂ ਥੋੜਾ ਹੋ ਜਾਂਦਾ। ਕਈ ਮੈਂ ਵੇਖੇ ਆਟਾ ਨਹੀਂ ਸੀ ਇੱਕ ਟਾਈਮ ਦਾ, ਅੱਜ ਲੰਗਰ ਚੱਲਣ ਦਾ ਹੈ। ਤੇ ਜਿਹੜੇ ਲੰਗਰਾਂ ਦੇ ਮਾਲਕ ਸੀ ਅੱਜ ਭੀਖ ਮੰਗਣ ਦਾ ਹੈ। ਇਹ ਰੱਬ ਦੀ ਨਜ਼ਰ ਹੀ ਹੈ। ਜੇ ਪੁੱਠੀ ਕਰ ਦਵੇ ਤੋ ਕਹਿੰਦੇ ਹਨ ਜਿਸ ਦਿਨ ਤੋਂ ਰਾਜੇ ਨੇ ਧਰਮ ਧਾਰਨ ਕੀਤਾ, ਸਿੱਖ ਧਰਮ, ਜਿੱਦਣ ਦਾ ਸਿੱਖ ਬਣਿਆ ਪਰਜਾ, ਉਹ ਕਹਿੰਦੇ ਉਹਦੀ ਤਰੱਕੀ ਹੋ ਗਈ, ਬਰਕਤਾਂ ਪੈ ਗਈਆਂ ਕਾਰੋਬਾਰ 'ਚ, ਘਰ 'ਚ। ਆ ਤੁਸੀਂ 1 ਮਹੀਨੇ ਦਾ ਆਪਣਾ ਦਸਵੰਧ ਕੱਢ ਕੇ ਕਿਰਤ ਕਰੋ, ਨਾਮ ਜਪੋ, ਤੁਹਾਨੂੰ ਉਹਦਾ ਰਿਜ਼ਲਟ ਆ ਜਾਊ। ਛੇਤੀ ਮਹਾਰਾਜ ਤੁਹਾਨੂੰ ਫਲ ਦੇ ਦੇਣਗੇ ਉਹਦਾ, ਕਿਉਂਕਿ ਗੁਰੂ ਨਾਨਕ ਦਾ ਘਰ ਹੈ, ਇੱਥੇ ਦੇਰੀ ਨਹੀਂ ਲੱਗਦੀ ਜੀ। ਇੱਥੇ ਜੇ ਮੈਂ ਕਰੂੰਗਾ ਨਾ ਤੇ ਮੈਨੂੰ ਵੀ ਰੱਬ ਨੇ ਇਦਾਂ ਦੀ ਚਪੇੜ ਮਾਰਨੀ ਹੈ। ਤੇ ਜੇ ਤੁਸੀਂ ਕਹੋਗੇ ਤੁਹਾਨੂੰ, ਇਹ ਘਰ ਸੀਸਾ ਵਾ, ਇੱਥੇ ਦੱਸਣ ਦੀ ਲੋੜ ਨਹੀਂ ਵੀ ਤੁਸੀਂ ਇਦਾਂ ਕਰਦੇ ਆ ਫਲਾਣ ਕਰਦੇ। ਮਾਰੇ ਕਹਿੰਦੇ ਆਪੇ ਕੀਤਾ ਪਾਵਨ। ਕੋਈ ਵੀ ਬੰਦਾ ਜਿਹੋ ਜਿਹਾ ਕਰੂਗਾ ਉਹਨੇ ਪਾਉਣਾ ਪੈਣਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਕੀਤਾ ਤੇ ਚੜ੍ਹਾਈ ਹੋ ਗਈ। ਵੈਰੀਆਂ ਦਾ ਨਾਸ ਹੋ ਗਿਆ, ਬਾਹਰ ਰੂਪੀ ਤੇ ਅੰਦਰ ਰੂਪੀ। ਧਰਮਸਾਲ ਮਹਿ ਦੇਗ ਵਿਸਾਲਾ, ਕਰਵਾਵਹਿ ਸਤਿਗੁਰੂ ਕਿਰਪਾਲਾ। ਸੰਗਤੇ ਪ੍ਰਸੰਗ ਨਾ ਭੁੱਲਿਓ, ਚਾਹੇ ਇੰਗਲੈਂਡ ਚਲ ਜਿਓ, ਕੈਨੇਡਾ, ਅਮਰੀਕਾ। ਆ ਜਿਹੜੀ ਦੇਗ ਆਪਾਂ ਚਲਾਈਏ, ਇਹ ਪ੍ਰਸੰਗ ਨੇ ਚਲਾਈ। ਆਖੋ ਸਤਿਨਾਮ। ਨਹੀਂ ਤੇ ਕਿਤੇ ਮੌਕਾ ਮਿਲਣਾ ਸੀ ਆਪਾਂ ਨੂੰ। ਇੱਥੇ ਕਵੀ ਜੀ ਕਹਿੰਦੇ, ਮਹਾਰਾਜ ਸਾਹਿਬ ਜੀ ਨੇ ਕਿਹਾ, ਕਹਿੰਦੇ ਰਾਜਾ ਬਾਕੀ ਕੰਮ ਹੋਵੇ ਨਾ ਹੋਵੇ, ਪਰ ਧਰਮਸ਼ਾਲਾ ਦੇ ਵਿੱਚ ਦੇਗ ਦਾ ਲੰਗਰ ਜ਼ਰੂਰ ਚੱਲਣਾ ਚਾਹੀਦਾ। ਮਹਾਰਾਜ ਨੇ ਸਪੈਸ਼ਲ ਤੌਰ ਤੇ ਆਖਿਆ, ਕਹਿੰਦੇ ਧਰਮਸਾਲ ਮੈਂ ਦੇਗ ਵਿਸਾਲਾ, ਕਰਵਾਵੇ ਸਤਿਗੁਰੂ ਕਿਰਪਾਲਾ। ਤੇ ਰਾਜੇ ਨੇ ਆਖਿਆ, ਮਹਾਰਾਜ ਮੈਂ ਕੌਣ ਦੇਗ ਕਰਾਉਣ ਵਾਲਾ, ਤੁਸੀਂ ਕਰਾਉਣੀ ਸਿਰ ਤੇ ਆ। ਇਹਨੂੰ ਕਹਿੰਦੇ ਸਿੱਖੀ, ਨਿਮਰਤਾ ਇੰਨੀ ਕੁ ਧਾਰਨ ਹੋਵੇ। ਕਹਿੰਦੇ ਮਹਾਰਾਜ ਮੈਂ ਕੌਣ ਕਰਾਉਣ ਵਾਲਾ, ਤੁਸੀਂ ਆਪ ਹੀ ਕਰਵਾਉਣ ਵਾਲੇ ਹੋ, ਤੇ ਤੁਸੀਂ ਕਰਾਉਣੀ ਤੇ ਕਰਾਈ ਜਾਇਓ। ਅਰਦਾਸ ਕਰਿਆ ਕਰੋ। ਦੁਮਾਰੇ ਅੱਗੇ ਅਰਦਾਸ ਕਰੀ ਜਾਈਏ ਨਾ, ਪਾਤਸ਼ਾਹ ਫਿਰ ਸਿਰ ਤੇ ਹੱਥ ਰੱਖਦੇ ਆਪੇ ਹੀ ਵਿਧ ਬਣਾ ਦਿੰਦੇ। ਮੈਂ ਜਿੱਦਣ ਇਹ ਆਰੰਭ ਕੀਤਾ, ਅਰਦਾਸ ਕੀਤੀ ਸੀ, ਇਹ ਸਤਿਗੁਰੂ ਨੂੰ ਆਰੰਭ ਹੋ ਗਿਆ। ਤੇ ਬੰਦੇ ਦਾ ਕਿਹੜਾ ਭਰੋਸਾ ਘੜੀ ਦਾ ਵੀ ਕੀ ਹੋ ਜਾਣਾ। ਤੇ ਇਹ ਹੁਣ ਜਿਹੜਾ ਆਰੰਭ ਹੋਇਆ ਵਾ, ਇਹ ਚੜ੍ਹਦੀ ਕਲਾ ਨਾ ਚੱਲੇ। ਤੇ ਇੱਕ ਦਿਨ ਐਸਾ ਹੀ ਹੋਇਆ, ਮੈਨੂੰ ਦੱਸਣਾ ਭੁੱਲ ਗਿਆ ਵੀ ਦੇਗ ਦੀ ਵਾਰੀ ਕਿਹਦੀ ਹੈ। ਸੁਭਾਵਕ ਹੀ ਚੇਤਾ ਭੁੱਲ ਜਾਂਦਾ। ਤੇ ਦੇਖੋ ਮਹਾਰਾਜ ਦੀ ਖੇਡ, ਭਾਈ ਸਾਹਿਬ ਨਾਲ ਬੈਠੇ, ਉਧਰੋਂ 4:45 ਹੋਏ, 4:45 ਦੇ ਕਰੀਬ। ਤੇ ਉਧਰੋਂ ਮੈਨੂੰ ਯਾਦ ਆਇਆ, ਓਏ ਮਨਾ ਤੇਰਾ ਭਲਾ ਦੇਗ ਦਾ ਤਾਂ ਦੱਸਿਆ ਨਹੀਂ ਕਿਸੇ ਨੂੰ। ਤੇ ਫਿਰ ਮੈਂ ਭਾਈ ਸਾਹਿਬ ਨੂੰ ਮਾਇਆ ਦੇ ਕੇ ਮੈਂ ਕਿਹਾ ਦੌੜ ਜਾ ਹੁਣ ਤੇ ਵੇਖੋ ਫੁਰਨਾ ਹੀ ਹੈ। ਜੇ ਨਾ ਆਉਂਦਾ ਤੇ ਦੇਗ ਆਉਣੀ ਨਹੀਂ ਸੀ। ਅਸੀਂ ਇਹ ਚੀਜ਼ ਤਾਂ ਕਹਿ ਦਿੰਦੇ ਹਾਂ ਵੀ ਤੁਸੀਂ ਇੱਦਾਂ ਉੱਦਾਂ, ਪਰ 1 ਮਿੰਟ ਵੀ ਡਿਊਟੀ ਵੀ ਵੇਖਿਆ ਕਰੋ ਨਾ। ਸੱਚ ਹੈ ਨਾ ਵੀ ਮੇਰਾ ਕੰਮ ਇੱਦਾਂ ਦਾ, ਗੁਰੂ ਮਹਾਰਾਜ ਨੇ ਜਲ ਪਾਣੀ ਦੇਣਾ, ਆਪਣਾ ਗਿਲਾ ਕਰ ਲੈਂਦੇ। ਮੇਰੇ ਪਿਆਰ ਵਾਲੇ ਵੀ ਬੈਠੇ ਕਰ ਲੈਂਦੇ, ਬਾਬਾ ਜੀ ਤੁਸੀਂ ਟਾਈਮ ਟੂ ਨਹੀਂ ਵੇਖਦੇ। ਤੇ ਮੈਂ ਕਿਹਾ ਮੈਂ ਟਾਈਮ ਨਹੀਂ ਜੇ ਵੇਖਦਾ, ਤੇ ਮੈਂ ਆਪਣਾ ਟਾਈਮ ਤੋਂ ਵੱਧ ਸੇਵਾ ਨਿਭਾ ਰਿਹਾ। ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਸ਼ਾਇਦ ਪਤਾ ਹੋਵੇ ਕਿ ਨਾ, ਕਿ ਜਿਹੜੀ ਮੇਰੀ ਪੇ ਆ, ਮੇਰੀ ਜੌਬ ਆ ਨਾ, ਉਹ ਸਿਰਫ ਗੁਰੂ ਕਾ ਵਜ਼ੀਰ ਹੈ।
ਜੀ ਅੱਜ ਆਪਾਂ ਕਥਾਵਾਚਕ ਗੁਰੂ ਸਾਹਿਬ ਲਈ ਤੁਸੀਂ ਮੰਗਾਉਣਾ ਵਾ ਨਾ ਜੀ, ਸਦਕੇ ਆ ਸਕਦਾ 35 ਤੋਂ 40 ਹਜ਼ਾਰ ਪਲੱਸ ਤਨਖਾਹ ਹੋਵੇਗੀ ਉਹਦੀ, ਪਰ ਇੱਕ ਵੀ ਸੰਗਤ ਉੱਠ ਕੇ ਕਹਦੇ ਕਦੇ ਮੰਗਿਆ ਕੁਛ? ਇਹ ਨਿਸ਼ਕਾਮ ਹੈ ਮੇਰੀ ਸੇਵਾ। ਕੋਈ ਹੱਥ ਖੜਾ ਕਰਦੇ ਦਫ਼ਤਰ 'ਚ ਜਾ ਕੇ, ਮੇਰਾ ਰਿਕਾਰਡ ਫੋਲੋ ਵੀ ਮੇਰੀ ਪੋਸਟ ਕਿਹੜੀ ਹੈ। ਜਦੋਂ ਆਪਾਂ ਨਹੀਂ ਪ੍ਰਵਾਹ ਕਰੀ ਦੀ ਨਾ ਬਾਪੂ ਕੋਲੇ, ਤੁਸੀਂ ਤਾਂ ਕਹਿ ਸਕਦੇ ਹੋ ਮੇਰੇ ਤੇ ਸ਼ਿਕਾਇਤ ਵੀ ਜੇ ਮੇਰੀ ਡਿਊਟੀ ਹੈ, ਮੇਰੀ ਵੱਲੋਂ ਨਹੀਂ ਜੀ ਕਰਦਾ ਸੁਣਨ ਨੂੰ, ਕੱਲ੍ਹ ਨੂੰ ਸੰਗਤ ਉੱਠ ਕੇ ਕਹਦੇ ਭਾਈ ਸਾਹਿਬ ਕਥਾ ਨਾ ਕਰੋ, ਮੈਂ ਨਹੀਂ ਕਰਾਂਗਾ, ਕਿਉਂਕਿ ਮੇਰਾ ਮੁਝ ਮੈਂ ਕਿਛ ਨਹੀਂ। ਮੈਂ ਤੇ ਤੁਸੀਂ ਬਿਠਾਇਆ, ਆ ਪਿੱਛੇ ਬੀਬੀਆਂ ਬੈਠੀਆਂ, ਸਾਰਾ ਪਰਿਵਾਰ ਆਪਣਾ, ਤੁਸੀਂ ਮੈਨੂੰ ਬਿਠਾਇਆ, ਤੁਸੀਂ ਕਹਿ ਦਿਓ ਮੈਂ ਉੱਠ ਜਾਣਾ। ਮੇਰੇ ਕੋਲ ਪੋਸਟ ਥੋੜ੍ਹਾ ਵਾ, ਮੇਰੇ ਕੋਈ ਡਿਊਟੀ ਨਹੀਂ ਹੈ। ਡਿਊਟੀ ਨਿਤਨੇਮ ਵੀ, ਕਥਾ ਵੀ, ਸੁਖਮਣੀ ਸਾਹਿਬ ਵੀ। ਕੋਈ ਮਰ ਗਿਆ ਮੈਂ ਮੜੀਆਂ 'ਚ ਵੀ ਜਾਣਾ, ਕਿਸੇ ਨੇ ਘਰੇ ਸੱਦਿਆ ਮੈਂ ਉੱਥੇ ਵੀ ਜਾਣਾ। ਕਈ ਵਾਰੀ 3 ਵਜੇ ਪ੍ਰੋਗਰਾਮ ਤੋਂ ਆਈਦਾ, ਆ ਕੇ ਇਸ਼ਨਾਨ ਹੀ ਹੁੰਦਾ, ਫਿਰ ਸ਼ਾਮਾਂ ਦੀ ਕਥਾ ਦਾ ਟਾਈਮ ਹੋ ਜਾਂਦਾ, ਫਿਰ ਮਗਰ ਨਿਤਨੇਮ, ਫਿਰ ਸੁੱਖ ਆਸਣ, ਰਾਤ ਦਾ ਇਨਸਾਨ ਹੀ ਆ। ਤੁਸੀਂ ਵੇਖੋ ਵੀ ਤੁਸੀਂ 10 ਮਿੰਟ ਜੇਰਾ ਨਹੀਂ ਕਰ ਸਕਿਆ, ਜੇ ਤੁਸੀਂ ਫ੍ਰੀ ਆ, ਬੱਚੇ ਤੁਹਾਡੇ ਸੈੱਟ ਆ, ਤੇ ਕਦੇ ਤਰਸ ਕਰਿਆ ਕਰੋ ਨਾ ਥੋੜਾ ਜਿਹਾ ਗੁਰੂ ਸਾਹਿਬ ਅੱਗੇ। ਮੈਂ ਤਾਂ ਅਰਦਾਸ ਕਰਦਾ ਹੁੰਦਾ ਕਿ ਮਹਾਰਾਜ ਜਿੰਨੀ ਸੇਵਾ ਕਰ ਲਈ ਹੈ ਵੀ ਹੁਣ ਅੱਖਾਂ ਭਰ ਜਾਂਦੀਆਂ। ਹਰ ਬਾਪੂ ਮਹਾਰਾਜ ਆਪ ਜਾਣਦੇ, ਕਿਉਂਕਿ ਮੈਂ ਤੁਹਾਨੂੰ ਆਪਣੇ ਬਣਾਇਆ। ਮੈਂ ਕਦੇ ਨਹੀਂ ਇਹ ਸਮਝਿਆ ਵੀ ਮੈਂ ਕਥਾਵਾਚਕ ਅੱਡ ਗ੍ਰੰਥੀ ਤੁਹਾਨੂੰ ਘਰਾਂ 'ਚੋਂ ਸੱਦ ਕੇ, ਜਿਹੜਾ ਦਾਰੂ ਪੀਣ ਵਾਲਾ ਮੈਂ ਉਹਨੂੰ ਵੀ ਜੱਫੀ ਪਾਈ। ਜੇ ਮੇਰੇ ਤੁਹਾਡੇ ਨਾਲ ਲਾਗਤਬਾਜ਼ੀ ਹੋਵੇ ਤੇ ਦੱਸੋ, ਮੈਂ ਤੁਹਾਨੂੰ ਸੇਵਾ ਦਊਂ? ਮੈਂ ਕਹੂੰਗਾ ਤੂੰ ਪਤਤ ਹੈ ਭਾਈ, ਤੂੰ ਲਾਗੇ ਨਹੀਂ ਆਉਣਾ ਮਾਰੇ ਦੇ। ਤੁਸੀਂ ਚੌਰ ਸਾਹਿਬ ਫੜ ਸਕਦੇ? ਕਦੇ ਇਹਨਾਂ ਚੀਜ਼ਾਂ ਸੋਚਿਆ ਵੀ ਭਾਈ ਸਾਹਿਬ ਜੀ ਨੇ ਕਦੇ ਸਾਡੇ ਲਈ ਵਿਤਕਰਾ ਨਹੀਂ ਕੀਤਾ? ਭਾਵੇਂ ਮੈਂ ਕਿਸੇ ਨੂੰ ਔਖਾ ਵਾ ਸੌਖਾ, ਮੈਂ ਜ਼ਰੂਰ ਮਿਲਦਾ ਜਾ ਕੇ, ਹਰ ਕਿਸੇ ਨੂੰ ਬੁਲਾ ਕੇ ਵੀ ਚੱਲ ਮੇਰੇ ਤੋਂ ਕੱਲ੍ਹ ਨਹੀਂ ਬੁਲਾਇਆ ਗਿਆ। ਜੇ ਬੰਦੇ ਨੇ 20 ਗੁਣ ਤੁਹਾਡੇ ਨਾਲ ਕੀਤੇ ਤੇ ਇੱਕ ਗਲਤੀ ਬਦਲੇ ਤੁਸੀਂ ਉਹਦਾ ਜਲੂਸ ਨਾ ਕੱਢੋ। ਤੁਹਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ। ਜੇ ਤੁਹਾਡਾ ਦਿਲ ਦੁਖਦਾ ਤੇ ਮੇਰੇ 'ਚ ਵੀ ਤਾਂ ਦਿਲ ਹੀ ਹੈ। ਤੁਸੀਂ ਛੋਟੀ ਜੀ ਗੱਲ ਤੋਂ ਕਿਹਾ ਨਾ ਸਾਡਾ ਦਿਲ ਦੁਖਿਆ ਹੈ, ਤੇ ਮੇਰੇ 'ਚ ਵੀ ਦਿਲ ਹੈ, ਮੈਂ ਵੀ ਇਨਸਾਨ ਹਾਂ। ਬੱਚੇ ਆ ਤੁਹਾਡੇ, ਨਿੱਕੇ ਨਿੱਕੇ ਬੱਚੇ ਲੜ ਪੈਂਦੇ ਨਾ, ਜਾ ਪਾਪਾ ਮੈਂ ਨਹੀਂ ਕਰਨੀ ਡਿਊਟੀ। ਤੁਸੀਂ ਕਹਿੰਦੇ ਨਾ ਮੇਰਾ ਪੁੱਤ ਰੋਟੀ ਖਾ ਲਾ। ਮੇਰਾ ਪਿਓ ਵੀ ਗੁਰੂ ਅਰਜਨ ਸਾਹਿਬ, ਮੇਰੀ ਮਾਂ। ਮੈਨੂੰ ਕਿੰਨੇ ਮਨਾਉਣਾ ਹੈ, ਕਿਉਂਕਿ ਸਾਰਿਆਂ ਕੋਲ ਪਾਵਰ ਆ, ਪੈਸਾ ਹੈ, ਮੇਰੇ ਕੋਲ ਗੁਰੂ ਅਰਜਨ ਸਾਹਿਬ ਹੈ। ਤੁਹਾਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਰਾਜਾ ਸ਼ਿਵਨਾਵ ਦੇਗ ਨਹੀਂ ਬੰਦ ਹੋਣੀ ਚਾਹੀਦੀ, ਇਹ ਲੰਗਰ 'ਚ ਰੋਜ਼ ਦੇਗ ਵਰਤਣੀ ਚਾਹੀਦੀ ਹੈ। ਕਹਿੰਦੇ ਪਾਤਸ਼ਾਹ ਮੈਂ ਕੌਣ ਵਰਤਾਉਣ ਵਾਲਾ, ਤੁਸੀਂ ਮੇਰੇ ਸਿਰ ਤੇ ਹੱਥ ਦੇ ਕੇ ਰੱਖਿਓ ਤੇ ਮੈਂ ਇਹ ਦੇਗ ਦੀ ਸੇਵਾ ਨਿਰੰਤਰ ਚਲਾਵਾਂਗਾ। ਮਨ ਅਕੀਸ ਜਹ ਲਾਉਣ ਮਿਲਾਈ, ਇਤੋ ਆਹਾਰ ਹੋਏ ਸਭ ਖਾਈ। ਕਹਿੰਦੇ ਇਸ ਤਰ੍ਹਾਂ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਲੰਗਰ ਵੀ ਤੇ ਦੇਗ ਦੋਵੇਂ ਚੀਜ਼ਾਂ, ਕਹਿੰਦੇ ਫਿਰ ਕੀ ਹੈ ਉੱਥੇ ਇੱਕ ਦਿਨ ਵਾਹਿਗੁਰੂ ਸਤਨਾਮ ਵਾਹਿਗੁਰੂ। ਕਮਾਲ ਆ ਵੀ, ਧੰਨ ਮੇਰੇ ਪਾਤਸ਼ਾਹ, ਹੈਰਾਨੀ ਦੀ ਗੱਲ। ਕਹਿੰਦੇ ਫੇਰ ਪੜੋ ਪੰਕਤੀ ਜੀ। ਮਨ ਅਕੀਸ ਜਹ ਲਾਉਣ ਮਿਲਾਈ, ਇੱਕੋ ਆਹਾਰ ਹੋਏ ਸਭ ਖਾਈ। ਰਾਜੇ ਸ਼ਿਵਨਾਵ ਦਾ ਲੰਗਰ ਸੁਣਿਓ ਸਕਤੇ ਕੰਨ ਕਰਕੇ। ਇੱਥੇ ਦੇ ਮੇਰੇ ਅੱਗਾ ਜੇ ਬਾਲਾ 20 ਪ੍ਰਸ਼ਾਦੇ ਕਿਸੇ ਨੂੰ ਚਕਾਤੇ ਤੇ ਸਾਰਿਆਂ ਨੂੰ ਸੁਣਾਉਂਦਾ ਮੈਂ ਰੋਟੀ ਖਵਾਈ। ਜੇ ਕਿਸੇ ਨੂੰ ਮੰਨ ਲਓ ਆਪਾਂ ਕੋਈ ਬਸਤਰ ਦੇ ਦਈਏ, ਬਾਬਾ ਜੀ ਆਪਾਂ ਨੂੰ ਬਸਤਰ ਦਿੱਤੇ ਆ, ਉਹ ਪਤਾ ਵਾ ਦੇਤੇ ਹੁਣ ਬਸ ਕਰ। ਇੱਧਰ ਵੇਖੋ ਪਿਆਰ, ਕਹਿੰਦੇ ਇੱਕ ਦਿਨ ਵਿੱਚ 21 ਮਣ ਲੂਣ। ਬੋਲੋ ਵਾਹਿਗੁਰੂ। ਵੇਖੋ ਮੈਂ ਦੂਰ ਦੀ ਜਾਵਾਂ, ਜੇ ਮੰਨ ਲਓ 50 ਕਿਲੋ ਦਾਲ ਆ ਤੇ ਉਹ 'ਚ ਮੇਰੇ ਖਿਆਲ ਆ ਵੀ ਥੋੜਾ ਜਿਹਾ ਪਾਈਆ ਕਿ ਲੂਣ ਪੈਂਦਾ ਨਾ, ਬੀਬੀਆਂ ਨੂੰ ਪਤਾ। ਤੁਸੀਂ ਇਹ ਵੇਖੋ ਵੀ ਇੱਕ ਦਿਨ ਦਾ 21 ਮਣ ਲੂਣ ਹੀ ਲੱਗਦਾ ਤੇ ਲੰਗਰ ਕਿੱਡਾ ਹੋਊ। ਇੱਥੋਂ ਪਤਾ ਲੱਗਦਾ ਉਹਦੀ ਸਿੱਖੀ ਵਾਕਿਆ ਕੱਲੀ ਕਥਾ ਨਹੀਂ, ਰਾਜੇ ਦਾ ਸੰਗਲਾ ਦੀਪ ਸਿੱਖ ਹੋ ਗਿਆ ਸਿੱਖ। ਤੁਹਾਨੂੰ ਮੇਰਾ ਬਾਬਾ ਨਾਨਕਾ, ਅਸੀਂ ਤੇ ਕੋਈ ਗੱਲਬਾਤ ਹੀ ਨਹੀਂ, ਅਸੀਂ ਤੇ ਨਾ ਸ਼ੁਕਰੇ ਕੀ ਕਰਦੇ। ਕਹਿੰਦੇ 21 ਮਣ ਲੂਣ ਤੇ ਬਾਕੀ ਦਾਲਾਂ ਸਬਜ਼ੀਆਂ ਭਾਜੀਆਂ ਜਿਹੜੀਆਂ ਉਹ ਤੁਸੀਂ ਭੈਣੋ ਆਪ ਅੰਦਾਜ਼ਾ ਲਾਓ, ਤੁਸੀਂ ਰੋਟੀ ਪਕਾਉਣੀਆਂ ਵੀ ਕਿੰਨੀ ਸਬਜ਼ੀ ਹੋਊਗੀ ਜਿਹਦੇ 'ਚ 21 ਮਣ ਲੂਣ ਹੀ ਪੈ ਗਿਆ। ਧੰਨ ਮੇਰੇ ਪਾਤਸ਼ਾਹ ਦੀ ਸਿੱਖੀ ਤੇ ਧੰਨ ਗੁਰੂ ਦੇ ਸਿੱਖ। ਆ ਪਿੱਛੇ ਜੇ ਨਾ ਹਜ਼ੂਰ ਸਾਹਿਬ ਕਿਸੇ ਨੇ ਟਰਾਲਾ ਭਰਿਆ ਦੇਸੀ ਘਿਓ ਦਾ, ਨਿਊਜ਼ ਵੀ ਆਈ ਤੇ ਚਾਬੀ ਵੀ ਵਿੱਚ ਤੇ ਟਰਾਲਾ ਛੱਡ ਗਿਆ, ਨਾਮ ਨਹੀਂ ਦੱਸ ਕੇ ਗਿਆ। ਤੇ ਮੇਰੇ ਅੱਗੇ ਇੱਕ ਪੱਖਾ ਜਿਹੜਾ ਉਹ ਨਾ ਦਾਲੇ ਦਾਲੇ ਤੁਰਿਆ ਫਿਰੂ, ਬਾਬਾ ਜੀ ਨਾਂ ਤੇ ਲਿਖ ਦਈਏ ਉੱਤੇ।
ਮੈਂ ਕਿਹਾ ਵੀ ਨਾਂ ਤੇ ਉਦੋਂ ਲਿਖਿਆ ਗਿਆ ਸੀ ਜੋ ਦੁਕਾਨੋਂ ਤੂੰ ਲੈ ਲਿਆ ਸੀ ਗੁਰੂ ਅਰਜਨ ਸਾਹਿਬ ਦੇ। ਨਹੀਂ ਬਾਬਾ ਜੀ ਕਹਿੰਦੇ ਥੋੜਾ ਜਿਹਾ ਉੱਤੇ ਪਾ ਦਿਓ, ਹੌਸਲਾ ਜਿਹਾ ਹੋ ਜਾਂਦਾ। ਓਹੋ, ਕੀ ਕਰਾਂਗੇ ਸੇਵਾ, ਕੀ ਮੂੰਹ ਦਿਖਾਵਾਂਗੇ ਗੁਰੂ ਨੂੰ, ਹੈ ਵੀ ਤੇਰੇ ਏਡੇ ਏਡੇ ਭੰਡਾਰੇ ਤੇ ਮੇਰੇ ਅੱਗਾ ਮੰਨ ਲਓ ਇੱਕ ਚੁਟਕੀ ਦਾਨ ਕਰਕੇ ਆਖੂ ਮੈਂ ਕੀਤਾ ਵਾ। ਤੋ ਇਸ ਕਰਕੇ ਸਾਧ ਸੰਗਤ ਜੀ 21 ਮਣ ਲੂਣ ਕਵੀ ਰਾਜ ਜੀ ਕਹਿੰਦੇ, ਤੇ ਬਾਕੀ ਤੁਸੀਂ ਅੰਦਾਜ਼ਾ ਲਾਇਓ ਵੀ ਲੰਗਰ ਧਰਮਸ਼ਾਲਾ ਕਿੱਡਾ ਵੱਡਾ ਲੰਗਰ ਹੋਵੇਗਾ। ਕੀਰਤਨ ਸਤਨਾਮ ਕੋ ਹੋਵੈ, ਜੋ ਬਹੁ ਜਨ ਮਨ ਕਲਮਲ ਖੋਵੈ। ਕਹਿੰਦੇ ਫਿਰ ਇੱਕ ਚੀਜ਼ ਆ, ਪਹਿਲਾਂ ਦੇਗ ਬਣਦੀ ਤੇ ਫਿਰ 21 ਮਣ, ਤੇ ਮੈਨੂੰ ਲੱਗਦਾ ਵੀ ਜਿੰਨਾ ਰਾਜੇ ਦੀ ਸੰਗਤ ਲੰਗਰ 'ਚ ਹੀ ਰਹਿੰਦੀ ਹੋਣੀ ਫਿਰ ਇਦਾਂ ਹੀ ਆ ਪੈਰਾ। ਹੁਣ ਆਪਣੇ ਵੱਲ 5 ਕਿਲੋ ਦਾਲ ਹੁੰਦੀ ਆ ਤੇ ਸਵੇਰੇ ਚਾਹ ਹੁੰਦੀ ਹੈ ਬਈ, ਇੱਕ ਕੇਤਲੀ ਨਹੀਂ ਮੁੱਕਦੀ ਸਾਰਾ ਦਿਨ, ਇੰਨਾ ਕੁ ਪੈਰਾ ਸੰਗਤਾਂ ਦਾ ਕੋ ਸਤਨਾਮ। ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਘਰ ਦੀਆਂ ਵੱਡੀਆਂ ਹੀ ਗੱਲਾਂ ਸੁਣ ਵੱਡਾ, ਆਖੇ ਸਭ ਕੇਵਡ ਵੱਡਾ ਲੀਠਾ ਹੋਈ, ਕੀਮਤ ਪਾਏ ਨਾ ਕਹਿਆ ਜਾਈ, ਕਹਿਣੇ ਵਾਲੇ ਤੇਰੀ ਰਹੀ ਸਮਾਈ। ਧੰਨੀਆਂ ਮੇਰੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਪਹਿਲਾਂ ਦੇਗ ਬਣਦੀ ਹੈ, ਫਿਰ ਲੰਗਰ ਬਣਦਾ, ਤੇ ਫਿਰ ਕੀ ਹੁੰਦਾ ਜੀ, ਫਿਰ ਪੜੋ ਪੰਗਤੀ। ਕੀਰਤਨ ਸਤਨਾਮ ਕੋ ਹੋਵੈ, ਜੋ ਬਹੁ ਜਨ ਮਨ ਕਲਮਲ ਖੋਵੈ। ਫਿਰ ਇਹ ਨਾ ਅਜੇ ਵੀ ਇਹ ਮਰਜ਼ਾਦਾ ਹੈਗੀ ਗੁਰਦੁਆਰਾ ਅੰਤਰਜਾਮ ਦਾ। ਮੈਂ ਉਦੋਂ ਬੇਰ ਸਾਹਿਬ ਸੀ, 3 ਸਾਲ ਬਾਪੂ ਨਾਨਕ ਦੇ ਘਰ ਡਿਊਟੀ ਕੀਤੀ ਆ, ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦੇ ਦੀ ਹਰ ਕਿਸੇ ਨੂੰ ਭੁੱਖ ਹੁੰਦੀ ਹੈ, ਤੇ ਅਸੀਂ ਉੱਥੇ ਅੰਤਰਜਾਮ ਤਾਂ ਚੱਲ ਜਾਣਾ, ਕਿਉਂਕਿ ਉੱਥੇ ਬਾਬਿਆਂ ਦੇ ਪ੍ਰਸ਼ਾਦੇ ਚੋਪੜੇ ਹੁੰਦੇ ਆ ਸਬਜੀ ਭਾਜੀ, ਕਿਉਂਕਿ ਸਾਧੂਆਂ ਦਾ ਪਹਿਰਾ ਖੁੱਲਾ। ਬਾਕੀ ਕਮਾਈ ਹੁੰਦੀ, ਕਈ ਗੁੱਸਾ ਕਰ ਲੈਂਦੇ, ਸੱਚ ਤੇ ਸੱਚ ਹੀ ਰਹਿਣਾ ਵੀ ਉਹ ਜਿੰਨੇ ਸਿੰਘ ਉਹਨਾਂ ਦੇ ਉਹ ਬਾਣੀ ਬਾਣੇ ਵਾਲੇ ਆ। ਜਦੋਂ ਰਹਿਤ ਵਾਲਾ ਬੰਦਾ ਬਾਣੀ ਵਾਲਾ ਆਟਾ ਗੁੰਨੂਗਾ ਨਾ ਭੈਣੋ, ਤੁਸੀਂ ਇੱਕ ਚੀਜ਼ ਨੋਟ ਕਰਿਓ, ਇਹ ਵੀ ਗੁਰੂ ਦਾ ਘਰ ਆ। ਹੁਣ ਸੇਵਾ ਚੱਲ ਰਹੀ ਬਾਬਾ ਜੀ ਦੀ, ਅਸੀਂ ਲੰਗਰ 'ਚ ਸਪੈਸ਼ਲ ਕਹੀਦਾ ਬਾਬਾ ਜੀ ਗਜਾ ਵਾਲੇ ਪ੍ਰਸ਼ਾਦੇ ਦਿਓ। ਉਹ ਪ੍ਰਸ਼ਾਦੇ ਛਕ ਕੇ ਵੇਖਿਓ ਤੇ ਦੂਜੇ ਛਕ ਕੇ ਵੇਖਿਓ, ਤੁਹਾਨੂੰ ਆਪੇ ਪਤਾ ਲੱਗ ਜਾਣਾ। ਜਦੋਂ ਕਮਾਈ ਵਾਲੀ ਕੋਈ ਰੂਹ ਬੰਦਗੀ ਵਾਲੀ ਫੁਲਕਾ ਲਾਉਂਦੀ ਹੈ ਨਾ, ਉਸ ਫੁਲਕੇ 'ਚ ਰਸ ਆਉਂਦਾ ਗੁਰੂ ਵਾਲਾ। ਉੱਥੇ ਅਸੀਂ ਰਾਤ ਨੂੰ ਚੱਲ ਜਾਣਾ, ਤੇ 1-2 ਸਿੰਘ ਉਹਨਾਂ ਦੇ ਵੀ ਹੈਗੇ ਸੀ, ਉਹਨਾਂ ਨੇ ਕਹਿਣਾ ਕਮੇਟੀ ਵਾਲੇ ਉਹ ਆ ਗਏ ਆ। ਮੈਂ ਕਿਹਾ ਮੈਨੂੰ ਇਹ ਗੱਲ ਦੱਸੋ ਵੀ ਸਾਡੇ ਮੱਥੇ ਤੇ ਸਟੈਂਪ ਲੱਗੀ ਆ। ਇੱਕ ਨਾ ਅਸੀਂ ਬਦਨਾਮੀ ਬੜੀ ਕਰਦੇ ਗੁਰੂ ਘਰ ਦੀ, ਕਹਿੰਦੇ ਅਕਾਲੀਓ ਆ ਗਏ ਕਮੇਟੀ ਵਾਲੇ, ਮੈਨੂੰ ਦੱਸੋ ਵੀ ਮੇਰੇ ਕਿੱਥੇ ਲੈਗੋ ਲੱਗਾ ਵੀ ਮੈਂ ਅਕਾਲੀ ਆ। ਮੈਂ ਕਮੇਟੀ ਇੰਨੀ ਜੈਲਸ ਪੈਦਾ ਕਰਤੀ ਲੋਕਾਂ ਨੇ ਇਸ ਸੰਸਥਾ ਪ੍ਰਤੀ, ਤੇ ਲੇਖਾ ਦੇਣਾ ਪੈਣਾ। ਬਾਪੂ ਬੈਠਾ ਗੁਰੂ ਅਰਜਨ ਸਾਹਿਬ ਘਰ ਤੇ ਉਹਦਾ ਹੀ ਆ, ਇੰਨੀ ਜੈਲਸ। ਮੈਂ ਕਿਹਾ ਵੀ ਇੱਥੇ 2 ਟਰਾਲੀਆਂ ਸੰਗਤ ਆ ਗਈ, ਉਹਨੂੰ ਤਾਂ ਕਿਹਾ ਨਹੀਂ, ਜੇ 5 ਪਾਠੀ ਸਿੰਘ 6 ਆ ਗਏ, ਤੁਸੀਂ ਕਿਹਾ ਅਕਾਲੀਓ ਆ ਗਏ ਜੇ, ਕਮੇਟੀ ਵਾਲੇ ਆ ਗਏ ਜੇ, ਕਿ ਸਾਡੇ 'ਚ ਜਾਨ ਨਹੀਂ ਆ। ਸਾਡਾ ਜੀ ਕਰਦਾ ਹੈ, ਸਾਨੂੰ ਹੁਣ ਸਤਿਗੁਰੂ ਨੇ ਕੀਤਾ ਪਿਛਲਾ ਤਰਸ ਕਰਕੇ ਕੋਈ ਸੇਵਾ ਦਿੱਤੀਆਂ, ਫਦੇਰਾ ਭੱਜਣ ਨੂੰ ਫਿਰਦੇ, ਪਰ ਭੱਜਣ ਨਹੀਂ ਦਿੰਦਾ। ਜਹਾਜ਼ 'ਚੋਂ ਮੁੜ ਕੇ ਆਇਆ ਜਿਹੜਾ ਨਾਲ ਕਥਾ ਪੜ੍ਹਾ ਰਿਹਾ, ਤੇ ਬੜਾ ਰੋਇਆ ਆ ਕੇ ਮੇਰੇ ਕੋਲ। ਮੈਂ ਕਿਹਾ ਦਿਲ ਨਾ ਛੱਡ, ਵਰਦੀ ਪਾਈ, ਪਾਸਪੋਰਟ ਓਕੇ ਹੋਇਆ। ਮੈਂ ਕਿਹਾ ਰੋਈ ਦਾ ਨਹੀਂ ਹੁੰਦਾ, ਗੁਰੂ ਅਰਜਨ ਸਾਹਿਬ ਨੇ ਤੇ ਤੂੰ ਸੇਵਾ ਲੈਣੀ ਆ। ਪਲੇਨ ਚੱਲਣ ਲੱਗਾ ਤੇ ਫਿਰ ਆਵਾਜ਼ ਪਈ, ਜਾਣਾ ਤਾਂ ਚਾਹੁੰਦੇ ਆ, ਪਰ ਬਾਪੂ ਕਹਿੰਦਾ ਨਹੀਂ ਪੁੱਤ ਜਾਣ ਨਹੀਂ ਦੇਣਾ, ਨਹੀਂ ਜਾਣ ਦੇਣਾ, ਨਹੀਂ ਜਾਣ ਦੇਣਾ। ਸੋ ਇਸ ਕਰਕੇ ਨਾ ਉੱਥੇ 1-2 ਮੈਂ ਕਿਹਾ ਵੀ ਸਾਡੇ 'ਚ ਜਾਣ ਨਹੀਂ, ਕੀ 2 ਫੁਲਕੇ ਛਕਣਾ ਹੈ। ਤੁਸੀਂ ਕਹਿੰਦਾ ਕਾਲੀਓ ਆ ਗਏ ਹੋ ਕਮੇਟੀ ਵਾਲੇ, ਤੁਸੀਂ ਵੀ ਕਹਿੰਦੇ ਆ ਵਿੱਚ ਤੁਹਾਡੇ ਵੀ ਹੈਗੇ ਆ। ਕਮਾਲ ਹੋਈ ਪਈ ਆ ਵੀ ਕਿੱਡੀ ਜੈਲਸ ਤੁਸੀਂ ਇੱਕ ਦੂਜੇ ਪ੍ਰਤੀ ਰੱਖਦੇ, ਇੱਕ ਸੰਸਥਾ ਪ੍ਰਤੀ। ਇਨਸਾਨ ਤੇ ਬਾਣੀ ਤੇ ਕਹਿਣ ਦੀ ਅਵਲ ਅੱਲ੍ਹ ਕੁਦਰਤ ਕੇ, ਤੇ ਫਿਰ ਅਸੀਂ ਤਾਂ ਜਾਂਦੇ ਸੀ ਵੀ ਉੱਥੇ ਰਾਸ ਆਉਂਦਾ ਸੀ, ਗੱਲ ਹੋਰ ਕੋਈ ਨਹੀਂ। ਲੰਗਰ ਤਾਂ ਹੁਣ ਜਿੱਥੇ ਮਰਜੀ, ਉਹਦਾ ਕਾਰਨ ਇਹ ਮੈਨੂੰ ਯਾਦ ਆਇਆ ਵੀ ਜਿੱਦਾਂ ਹੁਣ ਮਰਜ਼ਾਦਾ ਦੱਸੀ ਨਾ ਮਹਾਰਾਜ ਨੇ, ਪਹਿਲਾਂ ਦੇਗ ਬਣੀ, ਫਿਰ ਲੰਗਰ ਬਣਿਆ, ਤੇ ਫਿਰ ਸਤਨਾਮ ਦਾ ਜਾਪ ਹੁੰਦਾ। ਤੇ ਹੁਣ ਅੱਜ ਕਿੱਥੇ ਆ? ਅੱਜ ਇਹ ਚੀਜ਼ ਬਹੁਤ ਘਟ ਗਈ ਗੁਰੂ ਘਰਾਂ 'ਚ। ਤੇ ਉੱਥੇ ਰਾਤ ਨੂੰ ਅਸੀਂ ਜਾਣਾ, ਤੇ ਉੱਥੇ ਇੱਕ ਸਿੰਘ ਆ ਸ਼ਹਿਰ 'ਚ, ਉਹਦਾ ਬੜਾ ਵੱਡਾ ਰੈਸਟੋਰੈਂਟ ਆ ਹੈਗਾ, ਤੇ ਉਹ ਕਲੀਨ ਸ਼ੇਵ ਆ, ਪਰ ਭਾਵਨਾ ਬੜੀ ਉਹਦੀ। ਉਹਨੇ ਰੁਮਾਲ ਬੱਧਾ ਹੋਣਾ ਤੇ ਅੱਗੇ ਅੱਗੇ ਨਾਮ ਜਪਾਉਣਾ, ਤੇ ਅਸੀਂ ਜਾਣਾ ਵੀ ਜੇ ਵੀ 15 ਕੁ ਮਿੰਟ ਨਾਮ ਜਪਣਾ ਪਵੇ। ਉੱਦਾਂ ਮੇਰੇ ਖਿਆਲ 1-1.5 ਘੰਟਾ, ਤੇ ਉਹਨੇ ਕਹਿਣਾ ਵੀ ਮੌਕੇ ਤੇ ਆਉਂਦੇ ਆ, ਤੇ ਉਹਨੇ ਹੱਸਣਾ, ਕਹਿਣਾ ਕੋਈ ਨਹੀਂ ਕੋਈ ਨਹੀਂ, ਬੜਾ ਪਿਆਰ ਕਰਨਾ, ਅਜੇ ਵੀ ਮਿਲਦੇ ਹੁੰਦੇ ਆ, ਤੇ ਗੱਲ ਕੋਈ ਨਹੀਂ ਹੁੰਦੀ ਆ। ਪੇਟ ਲੱਗਾ ਤੇ ਉਹਦੇ ਉਹਨਾਂ ਅੱਗੇ ਅੱਗੇ ਤਾਂ ਘੁੰਮੀ ਜਾਣਾ, ਸਤਨਾਮ ਪੂਰਾ 60-70 ਮਿੰਟ ਜਾਪ ਕਰਾ ਕੇ ਫਿਰ ਬੂਹਾ ਖੁੱਲਦਾ ਸੀ ਲੰਗਰ ਦਾ, ਤੇ ਫਿਰ ਪ੍ਰਸ਼ਾਦਾ ਛਕਣਾ, ਆਨੰਦ ਵੱਧ ਜਾਣੇ। ਉਹ ਯਾਦ ਮੈਨੂੰ ਅੱਜ ਆ ਗਈ। ਮੇਰੇ ਖਿਆਲ 8 ਸਾਲ ਇੱਥੇ ਹੋ ਗਏ, 8-9 ਸਾਲਾਂ ਬਾਅਦ ਉਹ ਦ੍ਰਿਸ਼ ਵੇਖਿਆ ਮੈਂ,
ਵੀ ਜਦੋਂ ਕਮਾਈ ਵਾਲਾ ਕੋਈ ਸਬਜ਼ੀ ਭਾਜੀ ਬਣਾਉਂਦਾ ਕੋਈ ਚੀਜ਼ ਵੀ ਉਹਦੇ 'ਚ ਬਰਕਤ ਆ, ਤੇ ਜਿਹੜਾ ਆਪ ਨਗੁਰਾ ਕੋਈ ਲੈਣਾ ਦੇਣਾ ਨਹੀਂ, ਕੋਈ ਜੀਵਨ ਨਹੀਂ, ਕੁਛ ਨਹੀਂ ਆ, ਤੇ ਉਹ ਬੰਦੇ ਦਾ ਫਰਕ ਤਾਂ ਫਿਰ ਪੈਣਾ ਹੀ ਆ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਸਤਨਾਮ ਤੇ ਕੀਰਤਨ ਹੁੰਦਾ ਤੇ ਬਾਅਦ ਦੇ ਵਿੱਚ ਫਿਰ ਜਿਹੜਾ ਲੰਗਰ ਹੈ ਉਹ ਚੱਲਦਾ ਹੈ। ਕਿੰਨੀ ਸੁੰਦਰ ਮਰਜ਼ਾਦਾ ਉਸ ਦੇਸ਼ ਨੇ ਬਣਾਈ ਆ, ਸਾਰੇ ਦੇਸ਼ ਦੇ ਵਿੱਚ ਪੂਰੀ ਮਰਜ਼ਾਦਾ ਹੈ। ਕਿਉਂਕਿ ਇਹ ਇੰਨਾ ਵੀ ਮੈਨੂੰ ਯਕੀਨ ਹੋ ਗਿਆ ਜੀ, ਤੁਸੀਂ ਮੇਰੇ ਤੋਂ ਵੱਡੇ ਜੇ, ਵੀ ਜੇ 21 ਮਣ ਲੂਣ ਲੱਗਦਾ ਇਹਦਾ ਮਤਲਬ ਵੀ ਸਾਰੇ ਦੇਸ਼ ਦੇ ਲੋਕ ਪ੍ਰਸ਼ਾਦਾ ਸ਼ਬਦ ਧਰਮਸ਼ਾਲਾ 'ਚੋਂ। ਸ਼ਬਦ ਤੇ ਇੱਥੇ ਕਈ ਦੇ ਹੰਕਾਰੇ ਮੈਂ ਵੇਖਿਆ, ਕਹਿ ਦਈਏ ਨਾ ਵਾਹਿਗੁਰੂ ਪ੍ਰਸ਼ਾਦਾ ਛਕ ਲਓ, ਉਹ ਨਹੀਂ ਨਹੀਂ ਵਾਹਿਗੁਰੂ ਬਾਬਾ ਜੀ ਸਾਡੇ ਘਰ ਕਿਰਪਾ ਮਹਾਰਾਜ ਦੀ, ਇਹ ਤੁਸੀਂ ਛਕੋ। ਵੇਖੋ ਹੰਕਾਰ ਕਿੰਨਾ ਬੋਲਦਾ। ਮੈਂ ਵਾਹਿਗੁਰੂ ਪ੍ਰਸ਼ਾਦਾ, ਨਹੀਂ ਨਹੀਂ ਭਾਈ ਸਾਡੇ ਤੇ ਘਰੇ ਬਣਿਆ ਪਿਆ, ਇਹ ਤੁਸੀਂ ਛਕੋ ਬਾਬਿਓ, ਤੁਹਾਨੂੰ ਹੀ ਰਾਸ ਆਉਂਦਾ, ਸਾਨੂੰ ਤੇ ਪਚਦਾ ਨਹੀਂ। ਇੱਦਾਂ ਦੀਆਂ ਗੱਲਾਂ ਮੈਂ ਸੁਣੋ ਤੇ ਮੈਂ ਆਖੂੰਗਾ ਵੀ ਜਿਹੜਾ ਘਰੇ ਉਹ ਕਿਹਦਾ? ਤੈਨੂੰ ਇਹੋ ਹੀ ਹੰਕਾਰ ਨਾ ਵੀ ਤੇਰੇ ਬੱਚੇ ਵਿਦੇਸ਼ 'ਚੋਂ ਪੈਸੇ ਘੱਲਦੇ, ਜੇ ਉਹ ਕਮਾਈ ਕਰਦੇ ਤੇ ਉਹਨਾਂ ਦੇ ਸਿਰ ਤੇ ਗੁਰੂ ਦਾ ਹੱਥ ਹੈ, ਫੇਰ ਹੀ ਉੱਥੇ ਉਹ ਕੰਮ ਕਰਦੇ। ਜੇ ਅੱਜ ਨਾੜ ਨੱਪਤੀ ਉਹਨੇ ਤੇ ਬਾਜੀਆਂ ਲਵਾ ਦੂ ਤੇ ਮੁੜ ਕੇ ਰੋਵੇਂਗਾ, ਔਖਾ ਹੋਵੇਗਾ। ਫਿਰ ਜਾ ਕੇ ਮਹਾਰਾਜ ਨੇ ਐਵੇਂ ਥੋੜਾ ਕਿਹਾ, ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੀ। ਤੁਮਾਰੇ ਕਹਿੰਦੇ ਨਿਮਰਤਾ 'ਚ ਰਹੋਗੇ ਤੇ ਆਨੰਦ ਲਓਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਾਲ ਉੱਥੇ ਲੰਗਰ ਬਣਦਾ ਤੇ ਸਤਨਾਮ 2 ਮਿੰਟ ਜਪੀਏ ਜੀ। ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਸਤਨਾਮ ਜਪਣਾ ਕਮਾਲ ਦੀ ਗੱਲ ਨਾ। ਆ ਪਰਸੋਂ ਰਾਤੀ ਬੱਚੇ ਸੀ ਤਾਰਪੁਰੋਂ ਸੇਵਾ ਕਰਦੇ, ਉਹ ਅਸੀਂ ਬੈਠੇ ਸਾਰੇ ਤੇ ਉਹ ਮੈਨੂੰ ਵੀਰੇ ਪੁੱਛਣ ਲੱਗ ਪਏ, ਕਹਿੰਦੇ ਬਾਬਾ ਜੀ ਸਾਨੂੰ ਕਿਸੇ ਬਾਬੇ ਨੇ ਆਖਿਆ ਵਾ ਵੀ ਸਤਨਾਮ ਤੇ ਹੈਗਾ ਨਹੀਂ, ਕੱਲਾ ਕਹਿਣਾ ਵਾਹ ਤੂੰ ਵਾਹ, ਬਾਕੀ ਤੁਸੀਂ ਸਮਝ ਹੀ ਗਏ ਹੋਗੇ ਕਿੱਧਰ ਨੂੰ ਮੈਂ ਇਸ਼ਾਰਾ ਕੀਤਾ। ਤੇ ਉਹ ਸਾਰੇ ਜਣੇ ਮੇਰੇ ਦਾਲੇ ਹੋ ਗਏ, ਬਾਬਾ ਜੀ ਅਸੀਂ ਕਿਸੇ ਤੋਂ ਸੁਣਿਆ ਉਹ ਕਹਿੰਦੇ ਸਤਨਾਮ ਹੈਗਾ ਹੀ ਨਹੀਂ। ਮੈਂ ਕਿਹਾ ਲੋਕੀ ਤੇ ਇੱਥੋਂ ਤੱਕ ਕਹਿੰਦੇ ਆ ਵੀ ਸਾਡਾ ਪਿਓ ਹੀ ਨਹੀਂ ਹੈਗਾ, ਮਾਂ ਨੇ ਜੰਮਿਆ ਸਾਨੂੰ ਕੱਲੀ। ਕੋਈ ਕਹਿੰਦਾ ਭਾਈ ਬਾਲਾ ਨਹੀਂ ਹੈਗਾ, ਕੋਈ ਕਹਿੰਦਾ 10 ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਨਹੀਂ, ਇਹ ਗੁਰੂ ਹੀ ਨਹੀਂ ਆ। ਮੈਂ ਕਿਹਾ ਕਿਹਦੀ ਮੰਨੋਗੇ? ਕਹਿੰਦੇ ਨਹੀਂ ਅਸੀਂ ਕਿਸੇ ਤੋਂ ਸੁਣਿਆ, ਉਹ ਕਹਿੰਦੇ ਸਤਨਾਮ ਨਹੀਂ ਹੈਗਾ, ਕੱਲਾ ਵਾਹਿਗੁਰੂ ਕਹਿਣਾ। ਤੇ ਮੈਂ ਕਿਹਾ ਉਹਨਾਂ ਨੂੰ ਪੁੱਛਿਓ ਪੁੱਤ, ਚਲੋ ਤੁਸੀਂ ਬਾਣੀ ਨਹੀਂ ਸੰਥਿਆ ਕੀਤੀ, ਉਹਨੂੰ ਪੁੱਛਿਓ ਵੀ ਗੁਰੂ ਗ੍ਰੰਥ ਸਾਹਿਬ ਦੀ ਰਮਤਾ ਕਿੱਥੋਂ ਹੁੰਦੀ, ਕਿੱਥੋਂ ਹੁੰਦੀ ਆ? ਇੱਕ ਓੰਕਾਰ ਸਤਨਾਮ ਕਹਿੰਦਾ ਜੀ, ਉਹ ਕਹਿੰਦੇ ਸਤਨਾਮ ਹੁੰਦਾ ਹੀ ਨਹੀਂ। ਹਜੇ ਤੇ ਮੇਰੇ ਗੁਰੂ ਕੋ ਸਭ ਕੁਝ ਆ, ਤੇ ਇਹ ਲੋਕ ਕਿੱਦਾਂ ਘਾਣ ਕਰਨ ਦੇ? ਜੇ ਇਹਨਾਂ ਦਾ ਵਸ ਚੱਲਦਾ ਹੋਵੇ ਤੇ ਛੱਡਣਗੇ। ਤੁਮਾਰੇ ਸੱਚੇ ਪਾਤਸ਼ਾਹ ਉਦਣ ਵੀ 40 ਸੀ, ਦੁਸ਼ਮਣ 10 ਲੱਖ ਸੀ, ਤੇ ਅੱਜ ਵੀ ਗੁਰੂ ਕੇ 40 ਹੈ ਤੇ ਦੁਸ਼ਮਣ 10 ਲੱਖ। ਪਰ ਬਾਪੂ ਨੇ ਕਦੇ ਕਿਸੇ ਅੱਗੇ ਸਿਰ ਨਹੀਂ ਉਹ ਝੁਕਾਇਆ ਮੇਰੇ ਨੇ। ਨਾਲ ਹੀ ਸਾਨੂੰ ਕਹਿ ਗਿਆ, ਪੁੱਤ ਅੰਮ੍ਰਿਤ ਛਕਿਆ ਸਿਰ ਕਟਾ ਕੇ, ਸਿਰ ਕੱਟਿਆ ਤੇ ਜਾਊਗਾ, ਕਦੇ ਝੁਕਾਇਓ ਨਾ। ਇਹ ਸਿਰ ਤੁਹਾਨੂੰ ਕਲਗੀ ਵਾਲੇ ਨੇ ਦਿੱਤਾ, ਐਵੇਂ ਨਾ ਕਿਸੇ ਅੱਗੇ ਝੁਕਾ ਦਿਓ। ਦੰਬੀ ਪਖੰਡੀ ਅੱਗੇ ਕੋਈ ਗੁਰੂ ਕਾ ਬਾਣੇ ਵਾਲਾ ਸਿੱਖ ਹੋਵੇ, ਕੋਈ ਕਮਾਈ ਵਾਲਾ, ਉਹਦੇ ਪੈਰ ਚੁੰਮ ਲਿਓ। ਇਹ ਵੀ ਨਾਲ ਕਿਹਾ, ਜੋ ਦੀਸੈ ਗੁਰ ਸਿੱਖੜਾ ਇਸ ਨਿਵ ਨਿਵ ਲਾਗੋ ਪਾਈ ਜੀ। ਉਸ ਸਿੱਖ ਦੇ ਪੈਰ ਫੜ ਲਿਓ, ਉਸ ਸਿੱਖ ਦੇ ਵਾਸਤੇ। ਇਹ ਸੱਚ ਹੈ। ਗੁਰੂ ਮਹਾਰਾਜ ਦੇ ਰਾਗੀ ਸਿੰਘ ਸਰਾਫੇ ਗਏ ਸੀ ਨਾ, ਤੁਹਾਨੂੰ ਪਤਾ, ਤੇ ਗੁਰੂ ਸਾਹਿਬ ਨੇ ਵਚਨ ਕਰਤਾ ਸੀ, ਕਹਿੰਦਾ ਜਿਹੜਾ ਇਹਨਾਂ ਨੂੰ ਲੈ ਕੇ ਆਇਆ ਨਾ ਸੰਗਤ 'ਚ,
ਉਹਦਾ ਮੂੰਹ ਕਾਲਾ ਕਰਕੇ ਤੇ ਖੋਤੇ ਤੇ ਬਿਠਾਵਾਂਗੇ। ਮੈਂ ਕਹਿੰਦਾ ਗੁਰੂ ਕੇ ਸਿੱਖ ਵੀ ਧੰਨ ਸੀ ਵੀ। ਭਾਈ ਲੱਦੇ ਨੂੰ ਪਤਾ ਲੱਗਾ ਤੇ ਉਹ ਰਾਗੀ ਰੋਣ ਮੇਰੇ ਵਰਗੇ, ਕਹਿੰਦੇ ਬਾਬਾ ਜੀ ਭੁੱਖੇ ਮਰਨ ਦੇ, ਮਹਾਰਾਜ ਨੇ ਸੱਚੇ ਪਾਤਸ਼ਾਹ ਨਾਲ ਮੱਥਾ ਲਾ ਲਿਆ। ਤੇ ਕਹਿੰਦੇ ਫਿਰ ਲਾਇਆ ਕਿਉਂ ਤੁਸੀਂ? ਕਹਿੰਦੇ ਬਸ ਗਲਤੀ ਹੋ ਗਈ ਨਾ, ਗਲਤੀ ਕਿਸੇ ਤੋਂ ਹੋ ਸਕਦੀ। ਤੇ ਉਹ ਕਹਿੰਦੇ ਵੀ ਹੁਣ ਚੱਲ ਜਾਓ, ਜਾ ਕੇ ਕਹਿ ਦਿਓ ਮਹਾਰਾਜ ਮਾਫ ਕਰ ਦਿਓ, ਕੀਰਤਨ ਦੀ ਸੇਵਾ ਦੇ ਦਿਓ। ਕਹਿੰਦੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਵਾ ਵੀ ਜਿਹੜਾ ਇਹਨਾਂ ਨੂੰ ਲੈ ਕੇ ਵੀ ਆਊਗਾ ਨਾ, ਉਹਦਾ ਮੂੰਹ ਕਾਲਾ ਕਰਕੇ ਤੇ ਖੋਤੇ ਤੇ ਚੜਾਉਣਾ ਹੈ। ਤੇ ਭਾਈ ਲੱਦਾ ਕਹਿੰਦਾ ਇਹ ਕਿਹੜੀ ਗੱਲ ਆ? ਕਹਿੰਦਾ ਜੇ ਕਿਸੇ ਦਾ ਘਰ ਵੱਸਦਾ ਹੋਵੇ ਤੇ ਵੇਖੋ ਸਿੱਖਾਂ ਦਾ ਜੀਵਨ। ਉਹ ਕਹਿੰਦੇ ਵੀ ਤੂੰ, ਕਹਿੰਦਾ ਗੱਲ ਹੀ ਕੋਈ ਨਹੀਂ, ਤੁਹਾਡੇ ਬੱਚੇ ਢਿੱਡ ਭਰ ਕੇ ਸੌਣ, ਮੈਨੂੰ ਕੀ ਹੈ, ਆਪੇ ਮੂੰਹ ਕਾਲਾ ਕਰ ਲਿਆ। ਇਤਿਹਾਸ ਹੈ ਸਾਡਾ। ਆਪਦਾ ਮੂੰਹ ਕਾਲਾ ਕਰਕੇ ਜੁੱਤੀਆਂ ਪਾ ਕੇ ਖੋਤੇ ਤੇ ਚੜ ਕੇ, ਤੇ ਮਹਾਰਾਜ ਨੇ ਢੋਲ ਨਹੀਂ ਸੀ ਆਖਿਆ, ਉਹਨੇ ਢੋਲ ਵੀ ਲੈ ਲਿਆ। ਢੋਲ ਵੱਜਦਾ ਆਵੇ ਤੇ ਖੋਤੀ ਤੇ ਚੜਿਆ ਹੱਸਦਾ ਆਵੇ। ਮੇਰੇ ਗੁਰੂ ਅਰਜਨ ਸਾਹਿਬ ਅੱਜ ਜਿਹਦੇ ਘਰੇ ਬੈਠੇ ਨਾ, ਆਪਾਂ ਐਵੇਂ ਨਾ ਦਿਲ ਹਲਕਾ ਕਰਿਆ ਕਰੋ, ਸਾਡੀ ਬੇਇੱਜ਼ਤੀ ਹੋ ਗਈ, ਸਾਡੇ ਐ ਹੋ ਗਿਆ। ਇਤਿਹਾਸ ਪੜ੍ਹ ਕੇ ਵੇਖੋ, ਮਹਾਰਾਜ ਸੱਚੇ ਪਾਤਸ਼ਾਹ ਪਲੰਗੇ ਤੋਂ ਕਹਿੰਦੇ ਬਾਬਾ ਬੁੱਢਾ ਜੀ ਬਰਾਤ ਕਿਹਦੀ ਆਉਂਦੀ ਆ? ਕਹਿੰਦੇ ਪਾਤਸ਼ਾਹ ਬਰਾਤ ਕੋਈ ਨਹੀਂ ਆ, ਆਪਣੇ ਰਾਗੀ ਸਿੰਘਾ ਰਹੀ। ਤੇ ਕਹਿੰਦੇ ਉਹਨਾਂ ਨੂੰ ਕੌਣ ਲਿਆਇਆ ਸੀ? ਤੇ ਕਿਆ ਮੂੰਹ ਕਾਲਾ ਕਰਾਂਗੇ? ਕਹਿੰਦੇ ਤੁਹਾਡੇ ਕਹਿਣ ਦੀ ਲੋੜ ਨਹੀਂ, ਜਿਹੜਾ ਲਿਆਇਆ ਪਹਿਲਾਂ ਹੀ ਕਾਲਾ ਕੀਤਾ। ਵੇਖੋ ਸਿੱਖਾਂ ਦੇ ਜੀਵਨ। ਤੇ ਖੋਤੇ ਤੇ ਚੜ ਕੇ ਕਾਲਾ ਕਰਕੇ, ਤੇ ਕਹਿੰਦੇ ਜਦੋਂ ਮਹਾਰਾਜ ਨੇ ਵੇਖਿਆ ਤੇ ਹਜ਼ੂਰ ਨੇ ਜੋੜਾ ਨਹੀਂ ਪਾਇਆ, ਜਾ ਕੇ ਆਖਿਆ ਓਏ ਭਾਈ ਲੱਦਿਆ ਇਹ ਕੀ ਕੀਤਾ? ਓਏ ਅਸੀਂ ਤੇ ਦੋ ਚੀਜ਼ਾਂ ਕਹੀਆਂ, ਮੂੰਹ ਕਾਲਾ ਕਰਕੇ ਤੂੰ ਛਿੱਤਰ ਵੀ ਪਾਲੇ ਤੇ ਢੋਲ ਵੀ। ਕਹਿੰਦੇ ਪਾਤਸ਼ਾਹ ਥੋੜਾ ਜਿਹਾ ਫਿਰ ਸਿੱਖ ਆਪ ਹੀ ਫੁਰਮ ਪੈਂਦੇ ਆ ਵੀ ਤੁਸੀਂ ਦੋ ਸ਼ਰਤਾਂ ਸੀ। ਮਹਾਰਾਜ ਨੇ ਆਖਿਆ ਸਿਖਾਏ ਕੀ ਕੀਤਾ? ਕਹਿੰਦੇ ਪਾਤਸ਼ਾਹ ਕਿਸੇ ਨੂੰ ਜੋੜਨਾ ਹੋਵੇ, ਕਿਸੇ ਦਾ ਘਰ ਵਸਾਉਣਾ ਹੋਵੇ, ਤੇ ਗੁਰੂ ਬਾਜਾਂ ਵਾਲੇ ਨੇ ਸਰਬੰਸ ਵਾਰਤਾ ਸਾਡੇ ਘਰ ਵਸਾਉਣ ਨੂੰ। ਅੱਜ ਅਸੀਂ ਸਹੁੰ ਖਾਧੀ ਹੈ ਵੀ ਕਿਸੇ ਦਾ ਘਰ ਜਾੜ ਕੇ ਸਾਰਾ ਕੀ ਮਿਲ ਜੂ? ਮਿਲ ਜੂ ਕੋਈ ਸਟਾਰ ਮਿਲੂਗਾ? ਕਿਸੇ ਦਾ ਰਿਸ਼ਤਾ ਹੁੰਦਿਆ ਤੇ ਤੂੰ ਭਾਨੀ ਮਾਰਦੇ, ਕੀ ਮਿਲ ਜੂ ਆਪਾਂ ਨੂੰ? ਮੰਨ ਲਓ ਕਿਸੇ ਦਾ ਘਰ ਵਸਣ ਦਿਆ, ਜਾ ਕੇ ਜਾੜ ਦਿਓਗੇ, ਮਿਲ ਜੂ ਕੁਝ? ਮੇਰੇ ਪਾਤਸ਼ਾਹ ਨੇ ਆਖਿਆ ਲੱਦਿਆ ਉੱਤਰ ਮਾਰੇ ਨੇ ਆਪਣੇ ਹਜ਼ੂਰ ਗਏ ਨਾ। ਭਾਈ ਲੱਦੇ ਦਾ ਕਾਲਾ ਮੂੰਹ ਆਪੇ ਕੀਤਾ ਸੀ ਨਾ, ਲੋਕੀ ਇਕੱਠੇ ਹੋ ਕੇ ਵੇਖਣ ਦਾ। ਇਹਨੂੰ ਕਹਿੰਦੇ ਬੇਇੱਜ਼ਤੀ। ਬੇਇੱਜ਼ਤੀ ਸ਼ਬਦ ਜਿਹੜਾ ਮਹਾਰਾਜ ਨੇ ਆਪਣਾ ਹਜ਼ੂਰੀਆ ਲਿਆ, ਸਿੱਖ ਦਾ ਚਿਹਰਾ ਸਾਫ਼ ਕਰਨ ਲੱਗੇ, ਗੁੱਟ ਫੜ ਕੇ ਕਹਿੰਦਾ ਮਹਾਰਾਜ ਮੇਰਾ ਚਿਹਰਾ ਇਦਾਂ ਦਾ ਰਹਿਣ ਦਿਓ, ਆ ਜਿਹੜੇ ਆਪਣੇ ਘਰੋਂ ਭੇਜੇ ਇਹਨਾਂ ਨੂੰ ਵਾਪਸ ਲੈ ਲਓ, ਇਹਨਾਂ ਨੂੰ ਫੇਰ ਕੀਰਤਨ ਦੀ ਸੇਵਾ ਦੇ ਦਿਓ। ਮੇਰੇ ਪਾਤਸ਼ਾਹ ਕਹਿੰਦੇ ਭਾਈ ਲੱਦਿਆ ਤੂੰ ਪਰੇ ਉਪਕਾਰੀ ਹੈ, ਜਾ ਤੂੰ ਵੀ ਪਾਰ ਹੋਇਆ, ਤੇ ਜਿਹੜਾ ਤੇਰੀ ਸਾਖੀ ਸੁਣਾਉ ਤੇ ਸੁਣਨਗੇ ਉਹ ਵੀ ਪਾਰ ਹੋ ਜਾਣਗੇ। ਸਤਿ ਸ੍ਰੀ ਅਕਾਲ। ਕਿੰਨਾ ਕਿੱਦਾਂ ਦੇ ਸਿੱਖ ਬੈਠੇ ਹੋ ਸੰਗਤੇ, ਕੋਈ ਮੂੰਹ ਕਾਲਾ ਕਰੂ ਆਪਣੇ ਚੋਂ? ਕਦੇ ਤੇ ਚੜ ਜਾਾਂਗੇ ਆਪਾਂ, ਗੁਰੂ ਕੋਲ ਆ ਜਾਾਂਗੇ ਕਿਸੇ ਵਾਸਤੇ? ਕਦੇ ਵੀ ਨਹੀਂ। ਆਪਾਂ ਤੇ ਇਹ ਕਹਿ ਦਈਏ ਨਾ ਭਾਊ ਸਿੱਧਾ ਹੋ ਕੇ ਬਹਿ ਤੂੰ ਕਥਾ 'ਚ, ਉਹਨੇ ਕੱਲ ਨੂੰ ਕਥਾ 'ਚ ਨਹੀਂ ਆਉਣਾ, ਉਹਨੇ ਕਹਿਣਾ ਮੈਨੂੰ ਮਾੜੀ ਕੀਤੀ ਹੋਣਾ ਕੋ ਸਤਨਾਮ। ਤੋ ਮੇਰੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਸਤਨਾਮ ਦਾ ਜਾਪ ਕਰਿਓ ਰੋਜ਼, ਤੁਹਾਡੇ ਪਾਪ ਦੁੱਖ ਦੂਰ ਹੋ ਜਾਣਗੇ। ਦਿਨ ਪ੍ਰਤ ਚੱਲਨ ਚਹਿਤ ਜਗਦੇਸ਼ਾ, ਕਰਹਿ ਭਾਉ ਬਹੁ ਰਖੈ ਨਰੇਸ਼ਾ। ਕਹਿੰਦੇ ਭਾਵਨਾ ਨਾਲ ਪ੍ਰਸ਼ਾਦਾ ਛਕਾਇਓ ਜਲ ਪਾਣੀ, ਜਿੱਥੇ ਗੁਰੂ ਕੀ ਸੰਗਤ ਆਵੇ ਉਹਨੂੰ ਪਿਆਰ ਕਰਿਓ, ਟੁੱਟ ਕੇ ਨਾ ਪਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਲ ਇਹ ਵੀ ਦੱਸਤਾ ਨਾ ਕਈ ਮੰਨ ਲਓ ਸੇਵਾਦਾਰ ਥੱਕੇ ਥੁੱਕੇ ਹੁੰਦੇ ਤੇ ਆਪਾਂ ਕਹਿੰਦੇ ਬਹਿ ਜਾ ਪਾ ਦਿੰਦੇ ਆ, ਜੀਰਾ ਨਹੀਂ ਹੁੰਦਾ। ਤੇ ਕਈ ਸੰਗਤਾਂ ਤੇ ਫਿਰ ਮੈਂ ਵੇਖੀਆਂ ਉਹ ਡੀਕਦੀਆਂ ਡੂਕਦੀਆਂ ਨਹੀਂ, ਉਹ ਤੇ ਆਪੇ ਪਤੀਲੇ ਤੱਕ ਪਹੁੰਚ ਜਾਂਦੀਆਂ। ਉਹ ਜਿਹੜੇ ਤੇ ਪਿਆਰ ਵਾਲਾ ਉਹ ਤਾਂ ਪਾਠ ਕਰੀ ਜਾਊਗਾ, ਜਿਹੜਾ ਦੂਜਾ ਹੁੰਦਾ ਉਹ ਕਹਿੰਦਾ ਬਾਬਾ ਨਹੀਂ ਪਾਉਣਾ ਤੇ ਆਪਾਂ ਆਪੇ ਹੀ ਪਾ ਲੈਂਦੇ ਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਪ੍ਰਸ਼ਾਦਾ ਵਰਤਣਾ ਭਾਵਨਾ ਨਾਲ ਛਕਾਇਓ, ਪਿਆਰ ਨਾਲ। ਗੋਰੇ ਵੀ ਇਸ ਚੀਜ਼ ਨੂੰ ਸਿੱਧਾ ਕਰ ਗਏ ਆਪਣੇ ਨੂੰ ਵੀ ਜੇ ਕੋਈ ਦੁਨੀਆ 'ਚ ਦੁੱਖ ਸੁੱਖ ਦੇ ਵਿੱਚ ਸਾਥ ਦੇਣ ਵਾਲਾ ਤੇ ਗੁਰੂ ਨਾਨਕ ਦਾ ਘਰ। ਬੋਲਦੇ ਨਹੀਂ ਜੇ ਗੁਰੂ ਨਾਨਕ ਦਾ ਘਰ ਹੈ ਤੇ ਗੁਰੂ ਨਾਨਕ ਦੇ ਸਿੱਖ ਹਨ। ਕਰੀ ਪਰਪੱਕ ਸਿੱਖੀ ਕੀ ਰੀਤਾ, ਨਿਤ ਪ੍ਰਤ ਵਧੈ ਭਜਨ ਮਹਿ ਪ੍ਰੀਤਾ। ਕਹਿੰਦੇ ਸਿੱਖੀ ਦੀ ਰੀਤ ਪੱਕੀ ਕਰਿਓ ਮੇਰੀਆਂ ਧੀਆਂ ਮੇਰੇ ਪੁੱਤ, ਇਸ ਵੇਲ ਨੂੰ ਪਾਣੀ ਪਾ ਕੇ ਵਧਾਇਓ ਨਾ ਕਿ ਘਟਾਇਓ, ਵਧਾਇਓ ਜਿੰਨਾ ਵੀ ਹੋ ਸਕੇ। ਕਰਿਓ ਗਿਆਨ ਮਹਿ ਪੂਰਨ ਰਾਓ, ਸ੍ਰੀ ਨਾਨਕ ਜੀ ਦਇਆਲ ਸੁਭਾਓ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਦਿੱਤੀਆਂ, ਦਿਆਲੂ ਸੁਭਾਅ ਸੀ ਗੁਰੂ ਸਾਹਿਬ ਦਾ।
ਬਹੁਤ ਵੱਡਾ ਘਰ ਹੈ, ਇਹਦੀਆਂ ਵਡਿਆਈਆਂ ਵੱਡੀਆਂ ਹਨ। ਬਹੁਰੋ ਮੰਜੀ ਪਰ ਬੈਸਾਰਾ, ਕਿਉ ਪੂਜ ਤੇ ਦੇਸ ਮਝਾਰਾ। ਆਖੋ ਸਤਨਾਮ। ਮਹਾਰਾਜ ਤੁਰਨ ਲੱਗੇ ਤੇ ਇੱਕ ਮੰਜੀ ਜਿਹੜੀ ਸੀ ਨਾ, ਜਿੱਥੇ ਮਹਾਰਾਜ ਨੂੰ ਉਹ ਬਿਠਾਉਂਦਾ ਹੁੰਦਾ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹੋਂ ਫੜ ਕੇ ਤੇ ਰਾਜੇ ਨੂੰ ਉਸ ਮੰਜੀ ਤੇ ਬਿਠਾ ਆਖੋ ਸਤਨਾਮ। ਸ਼ੁਕਰ ਕਰਿਆ ਕਰੋ ਮੇਰੀ ਉਹ ਭੈਣੋ ਵੀਰੋ, ਗੁਰੂ ਅਰਜਨ ਸਾਹਿਬ ਨੇ ਆਪਣੀ ਬਾਂਹ ਫੜ ਲਈ, ਬਾਂਹ ਫੜ ਕੇ ਆਪਾਂ ਨੂੰ ਸੇਵਾ 'ਚ ਲਾ ਲਿਆ। ਤੇ ਸ਼ੁਕਰ ਕਰਿਆ ਕਰੋ, ਸ਼ੁਕਰ। ਮਹਾਰਾਜ ਸਾਹਿਬ ਨੇ ਬਾਂਹ ਫੜ ਕੇ ਤੇ ਮੰਜੀ ਤੇ ਬਿਠਾ ਕੇ ਆਖਿਆ, ਤੂੰ ਗੁਰਮੁਖ ਹੋਇਆ, ਗੁਰਮੁਖ ਦੀ ਪਦਵੀ ਦੇ ਦਿੱਤੀ। ਆਪ ਗਵਨ ਕੀ ਕੀਨੀ ਤਿਆਰੀ, ਚਹਿਤਨ ਬਿਸ਼ਰਿਓ ਨਿਰਪ੍ਰਤ ਬਹੁ ਭਾਰੀ। ਔਰ ਕਹਿੰਦੇ ਮਹਾਰਾਜ ਸਾਹਿਬ ਜੀ ਕਹਿੰਦੇ ਰੋਣਾ ਨਹੀਂ, ਵਿਰਾਗ ਆ ਗਿਆ ਨਾ ਉਹਨੂੰ। ਕਹਿੰਦੇ ਪਾਤਸ਼ਾਹ ਆਪਣੀਆਂ ਜਗ੍ਹਾ ਸਾਨੂੰ ਬਖਸ਼ੀ ਜਾਂਦੇ ਐ। ਤੇ ਮਹਾਰਾਜ ਕਹਿੰਦੇ ਭਾਈ ਹੁਣ ਤੂੰ ਸਾਡੇ ਵਰਗਾ ਹੀ ਹੋ ਗਿਆ ਨਾ, ਹੁਣ ਤੇਰੇ ਅੰਦਰ ਪਿਆਰ ਹੀ ਪਿਆਰ ਹੈ, ਨਫ਼ਰਤ ਖਤਮ ਹੋ ਗਈ ਹੈ। ਇਸ ਕਰਕੇ ਤੂੰ ਹੁਣ ਆਪ ਵੀ ਨਾਮ ਜਪਣਾ ਤੇ ਦੂਜਿਆਂ ਨੂੰ ਵੀ ਜਪਾਉਣਾ ਹੈ। ਕਮਲ ਬਦਨ ਪੁਰ ਬਚਨ ਬਖਾਨੇ, ਸੁਨ ਰਾਜਨ ਪੋ ਪਰਮ ਸਿਆਨੇ। ਔਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਰਾਜਾ ਤੂੰ ਪਰਮ ਸਿਆਣਾ ਹੈ, ਤੂੰ ਬਹੁਤ ਬੁੱਧੀਵਾਨ ਹੈ, ਤੇ ਸਾਰਾ ਦੇਸ਼ ਹੁਣ ਸਿੱਖ ਹੋਇਆ ਤੇਰਾ, ਤੇ ਇਹਨਾਂ ਨੂੰ ਸੰਭਾਲਣਾ ਵੀ ਤੂੰ ਆਪ ਹੈ। ਜਿੱਦਾਂ ਘਰ ਦੇ ਵਿੱਚ ਦਾਦੀ ਦਾਦਾ ਹੁੰਦੇ ਹੈ, ਦਾਦਾ ਚੜ੍ਹਾਈ ਕਰਦਾ ਤੇ ਉਹਦੇ ਵੱਡੇ ਪੁੱਤ ਨੂੰ ਪੱਗ ਦਿੱਤੀ ਜਾਂਦੀ। ਪੱਗ ਦਾ ਮਤਲਬ ਹੁੰਦਾ ਜ਼ਿੰਮੇਵਾਰੀ, ਵੀ ਅੱਜ ਮੇਰੇ ਜਾਣ ਤੋਂ ਬਾਅਦ ਜ਼ਿੰਮੇਵਾਰੀ ਤੇਰੀ। ਇਸੇ ਤਰ੍ਹਾਂ ਮਹਾਰਾਜ ਆਪਾਂ ਨੂੰ ਸੇਵਾ ਦੇ ਕੇ ਗਏ ਵੀ ਮੇਰੇ ਘਰ ਦੀ ਧਵਾਈ ਕਰਿਓ, ਮੇਰੇ ਘਰ 'ਚ ਤੁਸੀਂ ਸੇਵਾ ਸੰਭਾਲਿਓ, ਬਸਤਰਾਂ ਦੀ, ਲੰਗਰ ਦੀ। ਤੇ ਸ਼ੁਕਰ ਨਾ ਕਰਿਆ ਕਰੀਏ ਆਪਾਂ ਨੂੰ, ਆਪਾਂ ਇੰਨੀ ਜੋਗੇ ਸੀ ਪਿਆਰਿਓ, ਜਿਹਦੀ ਕੁਆਲੀਫਿਕੇਸ਼ਨ ਬਹੁਤ ਹੀ ਵਧੀਆ ਨਾ ਹੋਵੇ ਉਹਨੂੰ ਜੋਬ ਨਹੀਂ ਮਿਲਦੀ। ਤੇ ਆਪਾਂ ਦੇ ਚਿੱਟੇ ਨੂੰ ਪੜ੍ਹ ਆਉਂਦਾ ਹੀ ਕੱਖ ਨਹੀਂ। ਮਹਾਰਾਜ ਨੇ ਫੇਰ ਵੀ ਆਪਦੇ ਕੋਲ ਮਹਾਰਾਜ ਨੇ ਚਾਕਰੀਆਂ ਦਿੱਤੀਆਂ ਆਪਾਂ ਨੂੰ। ਮਹਾਰਾਜ ਤੁਹਾਨੂੰ ਪਤਾ ਹੁਣ ਚੌਰ ਸਾਹਿਬ ਕਰ ਰਹੇ ਬਜ਼ੁਰਗ, ਇਹ ਕਿਤੇ ਛੋਟੀ ਜੀ ਸਭ ਤੋਂ ਪਹਿਲਾ ਚੌਰ ਗੁਰੂ ਅਰਜਨ ਸਾਹਿਬ ਨੇ ਕੀਤਾ। ਆਪ ਮੰਗ ਕੇ ਸੇਵਾ ਲਈ ਸੀ, ਬਾਬੇ ਬੁੱਢੇ ਨੂੰ ਕਿਹਾ ਹੈਡ ਗ੍ਰੰਥੀ ਸਾਹਿਬ ਤੁਸੀਂ ਪ੍ਰਕਾਸ਼ ਕਰਨਾ ਤੇ ਅਸੀਂ ਚੌਰ। ਕਿੱਡਾ ਦਰਜਾ ਮਹਾਰਾਜ ਨੇ ਬਖਸ਼ਿਸ਼ ਕੀਤਾ ਸਾਡੇ ਵਰਗੇ ਗਰੀਬਾਂ ਨੂੰ। ਜੇ ਮਹਾਰਾਜ ਇੰਨਾ ਨਾ ਕਰਦੇ ਤੇ ਰੁੱਲ ਜਾਣਾ ਸੀ। ਤੋ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਨੇ, ਦਇਆ ਨੇ ਮਾਰੇ। ਕਹਿੰਦੇ ਰਾਜਾ ਤੂੰ ਰੋਣਾ ਨਹੀਂ, ਤੂੰ ਸਿਆਣਾ ਵਾ, ਜੇ ਤੂੰ ਹੀ ਰੋਣ ਲੱਗ ਪਿਆ ਤੇ ਸਾਰਾ ਸੰਗਲਾ ਦੀਪ ਹੀ ਰੋਵੇਗਾ। ਇਸ ਕਰਕੇ ਨਾ ਘਰ ਦੇ ਮੇਨ ਬੰਦੇ ਤੇ ਪਰਿਵਾਰ ਹੁੰਦਾ। ਜੇ ਮੇਨ ਬੰਦਾ ਬਾਹਰੋਂ ਖੁਸ਼ ਆਵੇ ਨਾ, ਸਾਰੇ ਟੱਬਰ 'ਚ ਖੁਸ਼ੀਆਂ ਹੀ ਫੈਲ ਜਾਂਦੀਆਂ। ਜੇ ਮੇਨ ਬੰਦਾ ਪਰੇਸ਼ਾਨ ਹੋਵੇ, ਉਹਦੇ ਨਾਲ ਸਾਰੇ ਅਟੈਚਮੈਂਟ ਹੁੰਦੇ ਨਾ। ਪਹਿਲਾਂ ਪਤਨੀ ਨੇ ਪਾਣੀ ਲੈ ਕੇ ਆਉਣਾ, ਜੇ ਤਾਂ ਪਤੀ ਖੁਸ਼ ਤੇ ਉਹ ਵੀ ਖੁਸ਼ ਹੋਏ ਨਹੀਂ। ਫਿਰ ਬੱਚਿਆਂ ਮਿਲਣਾ ਹੁੰਦਾ, ਫਿਰ ਮਾਂ ਪਿਓ ਨੇ ਆਉਣਾ ਹੁੰਦਾ ਸਾਡਾ ਪੁੱਤ ਆ ਗਿਆ। ਤੇ ਜੇ ਉਹ ਦੁਖੀ ਆਇਆ ਹੋਵੇ ਤੇ ਫਿਰ ਹੌਲੀ ਹੌਲੀ ਜਿੰਨੇ ਉਹਦੇ ਨਾਲ ਜੁੜਨਗੇ ਸਾਰੇ ਦੇ ਸਾਰੇ ਦੁਖੀ ਹੋ ਜਾਣਗੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਆਪ ਜਪੀ ਦੂਜਿਆਂ ਨੂੰ ਜਪਾਈ। ਆਪ ਪ੍ਰਸ਼ਾਦਾ ਪਾਣੀ ਛਕਣਾ ਤੇ ਦੂਜਿਆਂ ਨੂੰ ਇਹ ਨੇਮ ਦਿੱਤਾ ਹੈ। ਅਬ ਤੁਝ ਪੂਰਨ ਭਇਓ ਬਵੇਕਾ, ਹਮ ਕਰਨੀ ਹੈ ਕਾਜ ਅਨੇਕਾ। ਮਹਾਰਾਜ ਕਹਿੰਦੇ ਤੂੰ ਫੇਰ ਨਹੀਂ ਚੁੱਪ ਕਰਦਾ। ਕਹਿੰਦੇ ਮਹਾਰਾਜ ਤੁਸੀਂ ਚਲੇ, ਮੇਰੇ ਤੇ ਦਿਲ ਨੂੰ ਕੁਛ ਹੁੰਦਿਆ, ਮੈਨੂੰ ਤੇ ਨੀਂਦ ਕਿੱਦਾਂ ਆਉਣੀ ਹੈ, ਮੇਰਾ ਤਾਂ ਮਨ ਨਹੀਂ ਲੱਗਣਾ। ਤੁਹਾਡੇ ਬੱਚੇ ਬਾਹਰ ਗਏ 7-8 ਦਿਨ ਨੀਂਦ ਨਹੀਂ ਆਉਂਦੀ, ਤਾਂ ਨਵਾਂ ਬੱਚਾ ਬਾਹਰ ਗਿਆ। ਤੇ ਇਸ ਕਰਕੇ ਉਹ ਕਹਿੰਦੇ ਮਹਾਰਾਜ ਤੁਸੀਂ ਕਿਹਨੇ ਚੁੱਪ ਕਰ ਜਾਓ, ਮੈਥੋਂ ਨਹੀਂ ਚੁੱਪ ਹੋਇਆ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ ਤੂੰ ਪ੍ਰੇਮ ਕਰਨਾ ਹੈ, ਹਰ ਵੇਲੇ ਧਿਆਨ ਧਰਨਾ ਹੈ। ਤੇ ਕੋਈ ਗੱਲ ਨਹੀਂ। ਮਹਾਰਾਜ ਸਾਹਿਬ ਨੂੰ ਕਹਿੰਦਾ ਤੁਸੀਂ ਰਹਿ ਪਓ। ਮਹਾਰਾਜ ਕਹਿੰਦੇ ਅਜੇ ਕਾਰਜ ਬਹੁਤ ਕਰਨ ਵਾਲੇ ਪਏ, ਅਜੇ ਬਹੁਤ ਕਾਇਨਾਤ ਦਾ ਭਲਾ ਕਰਨਾ ਹੈ। ਚੌਪਈ ਧਰੋ ਧਿਆਨ ਮੈਂ ਸਦਾ ਸਮੀਪਾ, ਆਸ ਸੁਨ ਗਦ ਗਦ ਭਾ ਅਵਨੀਪਾ। ਔਰ ਇਸ ਤਰ੍ਹਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿੰਦੇ ਆਪਣਾ ਮਨ ਪ੍ਰੇਮ ਵਿੱਚ ਲਾਈ ਤੇ ਰੋਜ਼ ਸੰਗਤਾਂ ਨੂੰ ਕਥਾ ਕੀਰਤਨ ਦੇ ਨਾਮ ਜਪਿਓ, ਤੁਹਾਡੀ ਕਲਿਆਣ ਹੋਵੇਗੀ, ਭਲਾ ਹੋਵੇਗਾ। ਸਰਬ ਪ੍ਰਕਾਰ ਦੀਨ ਤਿਹ ਧੀਰਾ, ਗਮਨ ਕੀਓ ਪੁਨ ਗੁਣੀ ਗਹੀਰਾ। ਕਹਿੰਦੇ ਕਿੰਨਾ ਆਨੰਦ ਵਰਤਿਆ ਦੁਨੀਆ ਦਾ ਮਾਲਕ, ਕਿਸੇ ਨੂੰ ਆਪ ਹਾਜ਼ਰ ਹੋ ਕੇ ਸਿਰ ਤੇ ਹੱਥ ਰੱਖਣ ਦਿਆ। ਸੰਗਤੇ ਤੁਸੀਂ ਵੱਡੇ ਆ ਤੇ ਬੱਚੇ ਨੂੰ ਕੋਈ ਵੱਡਾ ਸਿਰ ਤੇ ਹੱਥ ਰੱਖ ਕੇ ਕਹੇ ਪੁੱਤ ਸ਼ਾਬਾਸ਼, ਐਡਾ ਸੀਨਾ ਚੌੜਾ ਹੋ ਜਾਂਦਾ।
ਤੁਸੀਂ ਇੰਨਾ ਹੀ ਕਹਿ ਦਿਓ ਨਾ, ਸ਼ਾਬਾਸ਼ੇ ਪੁੱਤ ਤਕੜੇ ਹੋ, ਅਸੀਂ ਨਾਲ ਆ, ਤੇ ਪਰਵਾਹ ਜੀ ਨਹੀਂ ਹੁੰਦੀ। ਤੇ ਜਦੋਂ ਵੱਡਾ ਬੰਦਾ ਹੀ ਲੱਤਾਂ ਖਿੱਚੇ ਤੇ ਫਿਰ ਬੱਚੇ ਦਾ ਦਿਲ ਟੁੱਟ ਜਾਂਦਾ ਹੈ। ਤੇ ਹਜ਼ਰਤ ਮੂਸੇ ਨੇ ਥੱਪੜ ਮਾਰਿਆ ਸੀ ਬੱਚੇ ਨੂੰ, ਤੇ ਰੱਬ ਨੂੰ ਜਦੋਂ ਮਿਲਿਆ ਸੀ ਤੇ ਰੱਬ ਨੇ ਆਖਿਆ ਭੱਜ ਜਾ ਇੱਥੋਂ, ਮੇਰੇ ਕੋਲ ਨਾ ਆਈ। ਕਹਿੰਦਾ ਜੀ ਕੀ ਗੱਲ ਹੋਈ? ਕਹਿੰਦੇ ਉਹ ਬੱਚਾ ਨਿਆਣਾ ਵਾ ਤੇ ਤੂੰ ਉਹਦਾ ਦਿਲ ਤੋੜਿਆ, ਤੈਨੂੰ ਕਦੇ ਖੁਸ਼ੀ ਨਹੀਂ ਮਿਲਣੀ ਮਹਾਰਾਜ ਦੀ। ਉਹਨੇ ਫਿਰ ਆ ਕੇ ਉਹਦੇ ਬੱਚੇ ਤੋਂ ਮਾਫੀ ਮੰਗੀ, ਆਪਣਾ ਪਛਤਾਵਾ ਕੀਤਾ ਕਿ ਉਹਨੇ ਕਿਹਾ ਤੈਨੂੰ ਜੋੜਨ ਵਾਸਤੇ ਭੇਜਿਆ ਕਿ ਤੋੜਨ ਵਾਸਤੇ। ਉਹ ਵਿਚਾਰਾ ਜੁੜਿਆ ਹੈ ਭਾਵਨਾ ਵਾਲਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਇਆ ਦੇ ਮਾਲਕ ਆਪ ਲਾਗੇ ਖੜੋ ਕੇ ਸੀਸ ਦੇ ਕੇ ਕਹਿੰਦੇ ਤੇਰੇ ਲੋਕ ਸੁਖੀਏ ਪਰਲੋਕ ਸੁਹੇਲੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਗੁਣੀ ਗਹੀਰ ਜੀ ਨੇ ਆਪ ਕਿਰਪਾ ਕੀਤੀ। ਪੂਜਾ ਨਿਰਪ ਕੀ ਸ੍ਰੀ ਗੁਰੂ ਪਾਛੇ, ਸਰਬ ਦੇਸ਼ ਕਰੀ ਬਿਦ ਆਸ਼ੇ। ਕਹਿੰਦੇ ਗੁਰੂ ਸਾਹਿਬ ਜੀ ਫਿਰ ਉੱਥੋਂ ਤੁਰ ਪਏ। ਮਹਾਰਾਜ ਕਹਿੰਦੇ ਅਸੀਂ ਚੱਲਦੇ ਭਲੇ ਨਗਰੀ, ਵਸਦੀ ਭਲੀ ਤੇ ਰਾਜਾ ਦੂਰ ਤੱਕ ਖੜੋਤਾ ਵਿਰਾਗ ਕਰੀ ਗਿਆ। ਅੱਖਾਂ ਚੋਂ ਕਿਣ ਮਿਣ ਹੰਝੂ ਵਗਦੇ ਐ। ਜਿਵੇਂ ਜਿਵੇਂ ਮਹਾਰਾਜ ਦੂਰ ਜਾਈ ਜਾਂਦੇ ਫੇਰ ਭੱਜ ਕੇ ਮਗਰ ਆ ਜਾਂਦਾ, ਫੇਰ ਸਤਿਗੁਰੂ ਦੂਰ ਜਾਂਦੇ, ਜਦੋਂ ਦਿਸੋਂ ਹਟਦੇ ਫੇਰ ਅੱਗੇ ਭੱਜ ਕੇ ਚਲਾ ਜਾਂਦਾ। ਤੇ ਅਗਲੇ ਪਾਸੇ ਫਿਰ ਸਮੁੰਦਰ ਆ ਗਿਆ। ਸਮੁੰਦਰ ਤੇ ਬਾਬਾ ਹੀ ਤਰ ਸਕਦਾ ਸੀ, ਉੱਥੋਂ ਨਹੀਂ ਸੀ ਤਰਿਆ ਜਾਣਾ। ਫਿਰ ਉੱਥੋਂ ਤੱਕ ਆਇਆ ਜਿਹੜੇ ਟਾਪੂ ਤੇ ਮਹਾਰਾਜ ਜਾ ਕੇ ਚੜ੍ਹੇ ਸੀ। ਭਾਈ ਮਨਸੁਖ ਦਾ ਇਸੇ ਸਮੁੰਦਰ 'ਚ ਬੇੜਾ ਤਾਰਿਆ, ਸਾਡੇ ਵੀ ਮਹਾਰਾਜ ਤਾਰੇ। ਉੱਥੋਂ ਫਿਰ ਮਹਾਰਾਜ ਕਹਿੰਦੇ ਬੋਲ ਮਰਦਾਨਿਆਂ ਸਤ ਕਰਤਾਰ, ਜਾਪ ਸ਼ੁਰੂ ਹੋਇਆ ਤੇ ਮਹਾਰਾਜ ਅਗਲੀ ਧਰਤੀ ਨੂੰ ਰਵਾਨਾ ਹੋ ਗਏ। ਬਰ ਪਾਵੈ ਜੋ ਜੀ ਮਨ ਭਾਵਾ, ਕਰਹਿ ਸਦਾ ਸਤ ਸੰਗ ਸੁਹਾਵਾ। ਤੋ ਇਸ ਤਰ੍ਹਾਂ ਕਰਕੇ ਰਾਜੇ ਨੇ ਫਿਰ ਉਸ ਦਿਨ ਤੋਂ ਸੰਗਤ ਜੋੜੀ। ਕੜਾਹ ਪ੍ਰਸ਼ਾਦ ਖੁੱਲੇ ਬੰਦੇ ਰਹਿ, ਲੰਗਰ ਪਾਣੀ ਤੇ ਬਾਬੇ ਨਾਨਕ ਨੂੰ ਰੋਜ਼ ਯਾਦ ਕਰਦੇ ਜਿੱਦਾਂ ਤੁਸੀਂ ਕਰਦੇ ਹੋ। ਸੰਗਤਾਂ ਭਾਵਨਾ ਵਾਲੀਆਂ। ਚਲੋ ਇਹ ਪਰਿਵਾਰ ਇੱਦਾਂ ਹੀ ਮਹਾਰਾਜ ਕਿਰਪਾ ਕਰੇ, ਇਹਨੂੰ ਨਜ਼ਰ ਨਾ ਲੱਗੇ ਕਿਸੇ ਦੀ, ਕਿਉਂਕਿ ਜਦੋਂ ਫੁੱਲ ਜ਼ਿਆਦਾ ਖਿੜਦਾ ਫਿਰ ਤੋੜਨ ਵਾਲੇ ਵੀ ਆ ਜਾਂਦੇ ਆ। ਤੋ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਫੁਲਵਾੜੀ ਨੂੰ ਬਰਕਰਾਰ ਰੱਖੇ। ਮਹਾਰਾਜ ਤੁਹਾਡੀਆਂ ਝੋਲੀਆਂ ਭਰੇ। ਅੱਜ ਦੀ ਸੇਵਾ ਅਤੀ ਸਤਿਕਾਰਯੋਗ ਬਾਪੂ ਬਲਵੀਰ ਸਿੰਘ ਜੀ ਫੂਕੀਵਾਲ, ਉਹਨਾਂ ਦੇ ਪਰਿਵਾਰ ਵੱਲੋਂ ਹੈ। ਗੁਰੂ ਪਾਤਸ਼ਾਹ ਮਹਾਰਾਜ ਦਇਆ ਕਿਰਪਾ ਦੇ ਮਾਲਕ ਨੇ ਜੋ ਗੁਰੂ ਸਾਹਿਬ ਜੀ ਦੀ ਬਖਸ਼ੀਸ਼ ਵਰਤੀ। ਕੱਲ ਦੀ ਜੋ ਸੇਵਾ ਹੈ ਭਾਈ ਮੱਖਣ ਸਿੰਘ ਜੀ ਵਾੜਾ ਜਗੀਰ, ਉਹਨਾਂ ਦੇ ਪਰਿਵਾਰ ਵੱਲੋਂ ਹੋਣੀ ਹੈ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨਾ 2 ਮਿੰਟ ਤਈਆ ਤਾਪ ਸਾਖੀ ਦੇ ਝਾਤ ਪੈ ਜਾਵੇ। ਸੋ ਮਹਾਰਾਜ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਮਾਈ ਰੋ ਰਹੀ ਹੈ, ਪੁੱਤਰ ਚੜ੍ਹਾਈ ਕਰ ਗਿਆ। ਸਾਹਿਬ ਜੀ ਪਾਠ ਕਰ ਰਹੇ, ਕਹਿੰਦੇ ਮਾਈ ਰੋਣਾ, ਤੇਰਾ ਪੁੱਤ ਜੀਂਦਾ ਹੋਵੇਗਾ। ਪ੍ਰਭ ਜੀ ਵਸੈ ਸਾਧ ਕੀ, ਉਹ ਬੱਚਾ ਜਿਉਂਦਾ ਕੀਤਾ, ਤਈਏ ਤਾਪ ਨੂੰ ਕਾਬੂ ਕੀਤਾ। ਫਿਰ ਉਹ ਭਾਈ ਲਾਲੂ ਜੀ ਨੇ ਬਚਨ ਕੀਤਾ, ਜੀ ਇਹਨੂੰ ਕਿਉਂ ਤਾੜਿਆ? ਮਹਾਰਾਜ ਕਹਿੰਦੇ ਇਹ ਬਲਾ ਹੈ। ਮਹਾਰਾਜ ਨਹੀਂ ਬੱਚਾ ਹੈ। ਮਹਾਰਾਜ ਕਹਿੰਦੇ ਜੇ ਤੈਨੂੰ ਬੱਚਾ ਲੱਗਦਾ ਤੇ ਨਾਲ ਲੈ ਜਾ। ਉਹ ਫਿਰ ਡੱਲੇ ਵੱਲ ਨੂੰ ਲਿਆ ਰਹੇ ਸੀ, ਦਰਿਆ ਦੇ ਕੰਢੇ ਤੇ ਉਹਨੇ ਬੇਨਤੀ ਕੀਤੀ ਮੈਨੂੰ ਛੱਡ ਦਿਓ। ਉਹਨਾਂ ਨੇ ਫਿਰ ਛੱਡ ਦਿੱਤਾ। ਇੱਕ ਧੋਬੀ ਦੀ ਮੌਤ ਹੋਈ, ਲਹੂ ਪੀ ਲਿਆ ਉਹਨੇ। ਇਹ ਸਾਧ ਸੰਗਤ ਸਾਖੀ ਕੀ ਆਪਾਂ ਕਹਿੰਦੇ ਵੀ ਕੀ ਆ, ਪਰ ਪੁੱਛ ਕੇ ਵੇਖੋ ਜਿਹੜੇ ਮੰਜੇ ਤੇ ਆ। ਜੇ ਰੱਬ ਕਿਸੇ ਨੂੰ ਮੰਜੇ ਤੇ ਨਾ ਪਾ ਦੇ, 30-30 ਹਜ਼ਾਰ ਦਾ ਟੀਕਾ ਰੋਜ਼ ਲੱਗਦਾ ਤੇ ਬਚਣਾ ਨਹੀਂ। ਇਹ ਡਰ ਕੇ ਰਿਹਾ ਕਰੋ ਮਹਾਰਾਜ ਤੋਂ, ਪਤਾ ਨਹੀਂ ਕਿਹੜੇ ਵੇਲੇ ਮੇਰੇ ਤੋਂ ਵੀ ਗਲਤੀ ਹੋ ਸਕਦੀ। ਮੈਂ ਕਿਹੜਾ ਰੱਬ ਹੈ? ਬੱਚੇ ਆ ਨਾ। ਇਸ ਘਰ ਬੜੇ ਧਿਆਨ ਨਾਲ ਰਹਿਣਾ ਪੈਂਦਾ। ਆਪਾਂ ਸਾਰੇ ਇਸ ਘਰ ਦੇ ਸਿੱਖ ਹਾਂ ਭਾਵਨਾ ਨਾਲ। ਤੇ ਉੱਥੇ ਫਿਰ ਉਹਨੇ ਲਹੂ ਪੀ ਲਿਆ ਤੇ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ। ਭਾਈ ਲਾਲੂ ਜੀ ਕਹਿੰਦੇ ਹੁਣ ਨਹੀਂ ਛੱਡਣਾ, ਅੱਜ ਤੋਂ ਬਾਅਦ ਤੜਿਆ ਰਵੇਂਗਾ। ਫਿਰ ਬੇਨਤੀਆਂ ਕੀਤੀਆਂ, ਖੁਸ਼ੀ 'ਚ ਆਏ। 15 ਦਿਨ ਦਾ ਸਮਾਂ ਬਖਸ਼ਿਸ਼ ਕੀਤਾ। ਜੋ ਹੁਣ ਕੋਠੜੀ ਖੁੱਲੀ ਹੈ, ਸੰਗਤਾਂ ਵੱਲੋਂ ਬੇਅੰਤ ਸੇਵਾਵਾਂ ਆ ਰਹੀਆਂ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਦਇਆ ਰਹਿਮਤ ਕੀਤੀ ਹੈ। ਇਹ ਸਾਰੀ ਸੰਗਤ ਦਾ ਮਾਣ ਮੈਂ ਜ਼ਿਕਰ ਕਰ ਦਿੱਤਾ ਹੁੰਦਾ, ਕਿਉਂਕਿ ਆਪਾਂ ਬੱਚੇ ਹਾਂ। ਇਹ ਸਾਰੀ ਸੇਵਾ ਭਾਈ ਮਨਮੋਹਨ ਸਿੰਘ ਜੀ ਇਕੱਠੀ ਕਰ ਰਹੇ, ਸੈਕਟਰੀ ਸਾਹਿਬ। ਕਈ ਵੀਰਾਨਾਂ ਵਿੱਚ ਬੰਦੇ ਹੋਰ ਹੁੰਦੇ ਆ, ਬੰਦਾ ਆਪ ਨਹੀਂ ਮਾੜਾ ਹੁੰਦਾ ਤੇ ਕਹਿੰਦੇ ਨਾ ਉਂਗਲ ਮਾੜੀ ਹੈ। ਤੇ ਥੋੜ੍ਹਾ ਜਿਹਾ ਪਿਆਰ ਸਾਡਾ ਬੜਾ ਸੀ, ਕਿਉਂਕਿ ਇਹਨਾਂ ਨਾਲ ਨੇੜੇ ਹੋਏ। ਪਰਸੋਂ ਚੌਥ ਹੀ ਕਹਿੰਦੇ ਬਾਬਾ ਜੀ ਤੁਹਾਡਾ ਭਲਾ ਹੋਵੇ, ਦਾੜਾ ਰਖਾਇਆ। ਤੇ ਅੱਜ ਥੋੜ੍ਹਾ ਜਿਹਾ ਮੈਸੇਜ ਸੀ ਵੀ ਗਿਲਾ ਹੈਗਾ ਏ
ਉਹ ਗਿਲਾ ਵੀ ਕੀ ਸੀ ਵੀ ਇੱਕ ਦਿਨ ਬੇਨਤੀ ਕੀਤੀ ਸੀ ਸਰੋਪੇ ਦੀ, ਮੇਰੇ ਖਿਆਲ ਲਾਈਵ ਚੱਲਦਾ, ਉਹਨੂੰ ਮਜਬੂਰੀ ਇਹ ਬਣ ਗਈ ਵੀ ਮੈਂ ਕਥਾ ਕਰਦਾ ਸੀ ਤੇ ਬੰਦ ਕਰਿਓ ਤੇ ਮਹਾਰਾਜ